ਖਾਸ ਖਬਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਹੀ ਉਲਟਾਇਆ ਜਾ ਰਿਹਾ ਆ ਗੁਰਬਾਣੀ ਦਾ ਮਿਸ਼ਨ, ਔਰ ਖਾਸ ਤੌਰ ਦੇ ਉੱਤੇ ਸਿੱਖ ਮਿਸ਼ਨ ਦੇ ਉਲਟ ਜਾ ਕੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਕੰਮ। ਤੇ ਦੂਸਰੀ ਗੱਲ ਆ ਕਿ ਅੰਧ ਵਿਸ਼ਵਾਸ ਤੇ ਖੌਤੀ ਸਾਧਾਂ ਦੇ ਵਿਰੁੱਧ ਸਾਨੂੰ ਲੜਨੀ ਪੈਣੀ ਆ ਜੰਗ। ਕਿਉਂ? ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ੁਰੂਆਤ ਸੀਗੀ ਉਹ ਇਸ ਕਰਕੇ ਹੋਈ ਸੀਗੀ ਕਿ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਸੁਚੱਜੇ ਹੱਥਾਂ ਦੇ ਵਿੱਚ ਆਉਣ। ਉਹਦੇ ਲਈ ਇੱਕ ਰਹਿਤ ਮਰਜ਼ਾਦਾ ਵੀ ਬਣਾਈ ਗਈ ਸੀਗੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਸਿੱਖ ਕੌਮ ਜਿਹੜੀ ਹੈ ਉਹ 11ਵੇਂ ਗੁਰੂ ਵੀ ਮੰਨਦੀ ਹੈ ਤੇ ਜਗਤ ਜੋਤ ਗੁਰੂ ਵੀ ਮੰਨਦੀ ਹੈ। ਇਸ ਕਰਕੇ ਉਸ ਦੀ ਬਾਣੀ ਦੇ ਵਿੱਚ, ਉਸ ਮਹਾਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਗੁਰਬਾਣੀ ਹੈ ਉਸ ਦੇ ਵਿੱਚ ਬਹੁਤ ਮਹਾਨ ਫਲਸਫਾ ਆ। ਇੰਨਾ ਮਹਾਨ ਫਲਸਫਾ ਆ ਵੀ ਇੱਕ ਇੱਕ ਅੱਖਰ, ਇੱਕ ਇੱਕ ਜਿਹੜੀ ਇਬਾਰਤ ਲਿਖੀ ਗਈ ਆ ਉਹਦੀ ਵਿਆਖਿਆ ਜਿਹੜੀ ਆ ਉਹ ਇੰਨੀ ਜ਼ਿਆਦਾ ਹੋ ਸਕਦੀ ਹੈ ਕਿ ਜਿਹੜਾ ਕੋਈ ਸੋਚ ਨਹੀਂ ਸਕਦਾ ਕਿ ਗੁਰੂ ਸਾਹਿਬ ਜਿਹੜੇ ਸੀ ਉਹ ਕੀ ਕਹਿ ਗਏ। ਪਰ ਖਾਸ ਤੌਰ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਸੀਗਾ ਉਹਨਾਂ ਨੇ ਜਿਸ ਤਰੀਕੇ ਚਲਾਇਆ ਸੀਗਾ, ਔਰ ਜਿਸ ਤਰੀਕੇ ਉਹਨਾਂ ਨੇ ਮੰਜੀ ਸਾਹਿਬ ਸਥਾਪਿਤ ਕੀਤੇ ਸੀ, ਜਿਸ ਤਰੀਕੇ ਨਾਲ ਗੁਰਬਾਣੀ ਦਾ ਪ੍ਰਚਾਰ ਕੀਤਾ ਸੀ ਤੇ ਜਿਵੇਂ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ, ਏਕੇ ਦਾ ਸੁਨੇਹਾ ਦਿੱਤਾ ਸੀ, ਏਕ ਪਿਤਾ ਹਮ ਬਾਰਕ ਦਾ ਸੁਨੇਹਾ ਜਿਹੜੀ ਆ ਉਹ ਗੁਰਬਾਣੀ ਸਾਨੂੰ ਦਿੰਦੀ ਹੈ। ਪਰ ਅੱਜ ਜੋ ਹਾਲਾਤ ਨੇ ਉਹਨਾਂ ਮੰਨੀ ਅਗਰ ਦੇਖੀਏ ਤੇ ਬਿਲਕੁਲ ਗੁਰੂ ਘਰਾਂ ਦੇ ਵਿੱਚ ਬਹੁਤੀ ਥਾਈਂ ਇਹ ਸਥਿਤੀ ਬਿਲਕੁਲ ਉਲਟ ਜਾ ਰਹੀ ਹੈ, ਕਿਉਂਕਿ ਉੱਦਾਂ ਹੋ ਨਹੀਂ ਰਿਹਾ ਗਾ। ਚਾਹੇ ਉਹ ਆਮ ਪਿੰਡਾਂ ਦੇ ਸ਼ਹਿਰਾਂ ਦੇ ਗੁਰੂ ਘਰ ਹੋਣ, ਮਹੱਲਿਆਂ ਦੇ ਗੁਰੂ ਘਰ ਹੋਣ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰੂ ਘਰ ਹੋਣ, ਸਾਡੀ ਇੱਕ ਸਥਿਤੀ ਬਹੁਤ ਮੰਦਭਾਗੀ ਹੈ ਕਿ ਅਸੀਂ ਕੋਈ ਵੀ ਗੱਲ ਜਿਹੜੀ ਆ ਉਹ ਸੁਣਨਾ ਨਹੀਂ ਚਾਹੁੰਦੇਗੇ, ਦਲੀਲ ਨਾਲ ਸੁਣਨਾ ਨਹੀਂ ਚਾਹੁੰਦੇਗੇ, ਲੜਾਈ ਨੂੰ ਪਹਿਲਾਂ ਤਿਆਰ ਰਹਿੰਦੇ ਆ। ਇਹੀ ਕੁਛ ਗੁਰੂ ਘਰਾਂ ਦੇ ਵਿੱਚ ਵੀ ਹੋ ਰਿਹਾ ਆ, ਔਰ ਬਹੁਤੇ ਜਿਹੜੇ ਪ੍ਰਧਾਨ ਤੇ ਪ੍ਰਧਾਨਾਂ ਦੇ ਨਾਲ ਜਿਹੜੇ ਮੈਂਬਰ ਆ ਉਹਨਾਂ ਦੀਆਂ ਹਰ ਹਫ਼ਤੇ 10 ਦਿਨਾਂ ਬਾਅਦ, ਮਹੀਨੇ ਬਾਅਦ ਖਬਰਾਂ ਆਉਂਦੀ ਰਹਿੰਦੀਆਂ ਨੇ ਕਿ ਆਪਸ ਵਿੱਚ ਜੁੱਤਮ ਜੁੱਤੀ ਹੋ ਗਏ, ਪੱਗਾਂ ਲੱਥੀਆਂ। ਤਾਂ ਤੁਸੀਂ ਦੇਖੋ ਤੁਹਾਡੀਆਂ ਇਸ ਤਰ੍ਹਾਂ ਦੀਆਂ ਕਰਤੂਤਾਂ ਜਿਹੜੀਆਂ ਆ ਦੂਜੀ ਕੌਮ ਜਿਹੜੀ ਆ, ਦੂਜੀਆਂ ਕੌਮਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੀ ਸੁਨੇਹਾ ਲੈ ਕੇ ਜਾਣਗੀਆਂ। ਬੀਤੇ ਦਿਨ ਵੀ ਕੁਛ ਇਸ ਤਰ੍ਹਾਂ ਦੀ ਘਟਨਾ ਜਿਹੜੀਆਂ ਦੇਖਣ ਨੂੰ ਮਿਲਣੀਆਂ। ਤੇ ਇਸ ਤੋਂ ਇਲਾਵਾ ਇਹਨਾਂ ਦਿਨਾਂ 'ਚ ਇੱਕ ਚਰਚਾ ਜਿਹੜੀ ਆ ਖਾਸ ਤੌਰ ਦੇ ਉੱਤੇ ਛਿੜੀ ਹੋਈ ਹੈ। ਉਹ ਚਰਚਾ ਇਹ ਹੈ ਕਿ ਜੀਰੇ ਦੇ ਲਾਗੇ ਇੱਕ ਪਿੰਡ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਘਰ ਵਾਲੇ ਮੁੰਡੇ ਦੀ ਅੰਤਮ ਅਰਦਾਸ ਕਰਾਉਣ ਲਈ ਗੁਰੂ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸੀਗਾ ਉਹ ਲੈਣ ਵਾਸਤੇ ਗਏ ਵੀ ਚਲੋ ਪਾਠ ਰਖਾ ਲੈਂਦੇ ਹਾਂ। ਅੱਗੇ ਜਾਂਦਿਆਂ ਨੂੰ ਗੁਰਦੁਆਰਾ ਕਮੇਟੀ ਜਿਹੜੀ ਸੀਗੀ ਜਾਂ ਪ੍ਰਬੰਧਕ ਸੀ ਜਾਂ ਭਾਈ ਜੀ ਸੀ ਉਹਨਾਂ ਨੇ ਮਨਾ ਕਰ ਦਿੱਤਾ। ਤਾਂ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੇ ਵਾਕਿਆ ਕੋਈ ਇੱਕ ਨਹੀਂ ਹੋਇਆ, ਇਸ ਤੋਂ ਪਹਿਲਾਂ ਬਹੁਤ ਸਾਰੇ ਵਾਕਿਆ ਹੋਏ ਆ। ਔਰ ਦਲੀਲ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਲੀਲ ਇਹ ਦਿੱਤੀ ਗਈ ਭਾਈ ਜੀ ਬੰਨਿਓ ਕਿ ਇਹ ਜਿਹੜਾ ਪਰਿਵਾਰ ਆ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਆ। ਇਹ ਉਸ ਪੂਰੇ ਪਿੰਡ ਵਿੱਚ ਜਿੰਨੇ ਵੀ ਦਲਿਤ ਜਾਂ ਗਰੀਬ ਪਰਿਵਾਰ ਸੀਗੇ ਉਹਨਾਂ ਦੇ ਬੰਨਿਓ ਇਹ ਆਵਾਜ਼ ਬੁਲੰਦ ਕੀਤੀ ਗਈ ਕਿ ਆਖਰ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਤਰੀਕੇ ਨਾਲ ਉਹ ਲੈਣ ਗਏ ਸੀਗੇ ਕਿ ਘਰ ਦੇ ਵਿੱਚ ਪ੍ਰਕਾਸ਼ ਕਰਕੇ ਮੁੰਡੇ ਦੀ ਅੰਤਮ ਅਰਦਾਸ ਕਰਾ ਦਿੱਤੀ ਜਾਵੇ, ਪਰ ਉਹਨਾਂ ਨੂੰ ਮਨਾ ਕਰ ਦਿੱਤਾ ਤੇ ਇਹ ਦੇਵੀ ਦੇਵਤਿਆਂ ਨੂੰ ਅਖੇ ਪੂਜਦੇ ਆ। ਅਜੇ ਤੱਕ ਤਾਂ ਇਹੋ ਜਿਹਾ ਕੋਈ ਨਹੀਂ ਹੋਇਆ ਸੀਗਾ। ਸਮਝ ਨਹੀਂ ਆਉਂਦੀ ਕਿ ਇਸ ਤਰੀਕੇ ਦੀ ਜਿਹੜੀ ਗੱਲਬਾਤ ਕਰਕੇ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਭਾਈ ਜੀ ਨੇ ਕਿੰਨਾ ਕੁ ਕਿਤੇ ਚੰਗਾ ਕੰਮ ਕਰ ਲਿਆ। ਔਰ ਦਲੀਲ ਇਹ ਦਿੱਤੀ ਹੈ ਜੀ ਅਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੇ ਬੇਅਦਬੀ ਦਾ ਡਰ ਸੀਗਾ। ਉਹ ਬੇਅਦਬੀ ਤਾਂ ਉਹ ਸੀ ਜਿਹਦੇ ਪਿੱਛੇ ਬਰਗਾੜੀ ਵਰਗੇ ਕਾਂਡ ਚੱਲੇ ਆ। ਉਹ ਤਾਂ ਲੈਣ ਆਏ ਸੀ ਸਤਿਕਾਰ ਨਾਲ, ਤੁਸੀਂ ਦੇ ਦਿੰਦੇ, ਉਹਨਾਂ ਨੇ ਤਾਂ ਤੁਹਾਡੇ ਨਾਲ ਜੁੜਨਾ ਸੀਗਾ। ਇੱਥੇ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਬਹੁਤ ਸਾਰੇ ਲੋਕ ਆ ਜਾਂ ਹੋਰ ਵੀ ਬਹੁਤ ਸਾਰੇ ਲੋਕ ਆ ਉਹ ਟੁੱਟ ਕੇ ਦੂਜੇ ਧਰਮਾਂ 'ਚ ਜਾ ਰਹੇ। ਖਾਸ ਤੌਰ 'ਤੇ ਈਸਾਈ ਧਰਮ ਦੇ ਵਿੱਚ ਦੇਖੋ ਕਿੰਨਾ ਪ੍ਰਚਾਰ ਜਿਹੜਾ ਆ ਉਹ ਹੋਇਆ। ਤੇ ਇਸ ਕਰਕੇ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਇੱਧਰ ਨਹੀਂ ਸਾਨੂੰ ਨਿਆਂ ਮਿਲਦਾ ਪਿਆ, ਜਦੋਂ ਸਾਡੀ ਇੱਧਰ ਇੱਜ਼ਤ ਨਹੀਂ ਹੋ ਰਹੀਗੀ ਤੇ ਅਸੀਂ ਇਸ ਧਰਮ ਤੋਂ ਲੈਣਾ ਕਿ ਅਸੀਂ ਛੱਡ ਕੇ ਦੂਜੇ ਧਰਮ ਵਾਲੇ ਪਾਸੇ ਜਾਵਾਂਗੇ। ਇਸ ਤਰ੍ਹਾਂ ਜਿਹੜੇ ਉਹ ਇੱਕ ਪਿਤਾ ਏਕ ਸਕੇ ਹਮ ਬਾਰਕ ਵਾਲਾ ਜਿਹੜਾ ਸੁਨੇਹਾ ਸੀ ਨਾ, ਇਹ ਉਸ ਤੋਂ ਬਿਲਕੁਲ
उल्ट जा रहे और इन्हीं की किरपा से सजे हम है। शायद श्री गुरु गोबिंद सिंह पातशाह वो खुद ये गल कहते सी, पर अज कित्थे आ वो गल। अज तो बिल्कुल उल्ट हो गया। अज ਜਿਹੜਾ ਆ ਧਰਮਾਂ ਦੇ ਨਾਂ ਦੇ ਉੱਤੇ ਸਾਡੇ ਤਾਂ ਗੁਰਦੁਆਰੇ ਵੀ ਵੱਖਰੇ ਹੋ ਗਏ। ਤੁਸੀਂ ਪੰਜਾਬ ਦੀ ਜਿਹੜੀ ਇਸ ਤਰੀਕੇ ਧਰਮ ਦੇ ਪੱਖੋਂ ਹਾਲਾਤ ਆ ਉਹਨੂੰ ਕੋਈ ਬਹੁਤਾ ਚੰਗਾ ਨਾ ਸਮਝੋ, ਕਿਉਂਕਿ ਹਰੇਕ ਪਿੰਡ ਵਿੱਚ ਆ ਜੱਟਾਂ ਦਾ ਗੁਰਦੁਆਰਾ, ਆ ਰਮਦਾਸੀਆਂ ਦਾ ਗੁਰਦੁਆਰਾ, ਆ ਚਮਾਰਾਂ ਦਾ ਗੁਰਦੁਆਰਾ, ਆ ਰਾਮਗੜੀਆਂ ਦਾ ਗੁਰਦੁਆਰਾ, ਆ ਨਾਮਦੇਵ ਵਾਲਿਆਂ ਦਾ ਗੁਰਦੁਆਰਾ। ਤੇ ਫਿਰ ਸੋਚ ਆਉਂਦੀ ਆ ਮੈਨੂੰ ਉਸ ਕਹਾਣੀ ਦੇ ਉੱਤੇ ਕਿ ਪਿੱਛੇ ਜੇ ਇੱਕ ਵਿਦੇਸ਼ੀ ਜਿਹੜਾ ਸੀਗਾ ਉਸ ਦੇ ਬਾਰੇ ਇੱਕ ਕਹਾਣੀ ਲਿਖੀ ਗਈ ਕਿ ਇੱਕ ਵਿਦੇਸ਼ੀ ਪੰਜਾਬ ਆਇਆ ਤੇ ਉਹ ਇਸੇ ਤਰ੍ਹਾਂ ਜਿਵੇਂ ਕਈ ਉਹਨੇ ਪਿੰਡ ਗਾਏ, ਕਈ ਸ਼ਹਿਰ ਗਾਏ, ਕਈ ਇਤਿਹਾਸਕ ਸਥਾਨ ਦੇਖੇ, ਤਾਂ ਗੁਰੂ ਘਰਾਂ ਦੇ ਬਾਹਰ ਜਿਵੇਂ ਲਿਖ ਕੇ ਮੈਂ ਨਾਂ ਲਿਆ ਹੈਗਾ ਵੀ ਵੱਖੋ ਵੱਖ ਜਾਤਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਜਿਹੜੇ ਆ ਉਹ ਬਣ ਚੁੱਕੇ ਆ। ਤੇ ਉਹਨੇ ਕਿਸੇ ਸੱਜਣ ਪੁਰਸ਼ ਸਿੱਖ ਨੂੰ ਪੁੱਛਿਆ ਉੱਥੋਂ ਲੰਘੇ ਜਾਂਦੇ ਨੂੰ ਕਿ ਮੈਨੂੰ ਇਹ ਦੱਸੋ ਬਜ਼ੁਰਗੋ, ਇੱਥੇ ਬਾਬੇ ਨਾਨਕ ਦਾ ਗੁਰਦੁਆਰਾ ਕਿਹੜਾ ਆ? ਤਾਂ ਉਹ ਜਿਹੜਾ ਬੰਦਾ ਸੀਗਾ ਉਹ ਬੜਾ ਮਤਲਬ ਹੈਰਾਨ ਹੋਇਆ, ਕਹਿੰਦੇ ਜੀ ਆ। ਤੇ ਉਹਨੇ ਫਿਰ ਦੱਸਿਆ ਉਸ ਵਿਦੇਸ਼ੀ ਨੇ, ਉਹ ਕਹਿੰਦੇ ਜੀ ਬਾਬੇ ਨਾਨਕ ਦੇ ਗੁਰਦੁਆਰੇ ਦੇ ਬਾਹਰ ਆ ਕੀ ਲਿਖਿਆ ਹੋਇਆ? ਇਹ ਜਿਹੜੀ ਸਥਿਤੀ ਹੈ ਇਹ ਕਿੰਨੀ ਅਜੀਬ ਲੱਗਦੀ ਹੈ ਕਿ ਵਾਕਿਆ ਹੀ ਅਸੀਂ ਗੁਰੂ ਘਰ ਜਿਹੜੇ ਸੀਗੇ ਉਹ ਵੀ ਵੰਡੀਆਂ ਪਾ ਦਿੱਤੀਆਂ ਨੇ, ਉਹਦੇ ਵਿੱਚ ਵੀ ਅਸੀਂ ਜਾਤਾਂ ਪਾਤਾਂ ਜਿਹੜੀਆਂ ਨੇ ਉਹ ਲਿਆ ਕੇ ਖੜੀਆਂ ਕਰ ਦਿੱਤੀਆਂ ਨੇ, ਤਰੇੜਾਂ ਖੜੀਆਂ ਕਰ ਦਿੱਤੀਆਂ ਨੇ। ਤੇ ਪੰਜਾਬ ਦੇ ਵਿੱਚ ਧਰਮ ਦੀਆਂ ਜਾਤ ਪਾਤ ਦੀਆਂ ਦਰਾੜਾਂ ਇੱਥੋਂ ਪਤਾ ਲੱਗਦਾ ਹੈ ਕਿੰਨੀਆਂ ਡੂੰਘੀਆਂ ਚਲੀਆਂ ਗਈਆਂ। ਖਾਸ ਤੌਰ ਦੇ ਉੱਤੇ ਆਮ ਤੌਰ 'ਤੇ ਜਿਹੜੇ ਜੱਟ ਪਰਿਵਾਰ ਆ ਉਹਨਾਂ ਨੂੰ ਵੇਖਿਆ ਜਾਂਦਾ ਬਹੁਤੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਪੜ੍ਹਿਆ ਹੀ ਨਹੀਂ। ਮਾफ़ ਕਰਨਾ, ਬੜੀ ਮੈਂ ਇਹ ਕੋਰੀ ਤੇ ਕਰਾਰੀ ਗੱਲ ਕਰਦਾ, ਮੈਂ ਖੁਦ ਇੱਕ ਜੱਟ ਪਰਿਵਾਰ ਦੇ ਵਿੱਚੋਂ ਹੋ ਕੇ ਅਸੀਂ ਬਹੁਤ ਨੇੜੇ ਹੋ ਕੇ ਇਹਨਾਂ ਚੀਜ਼ਾਂ ਨੂੰ ਜਾਂਚਿਆ ਆ। ਬਹੁਤੇ ਜੱਟਾਂ ਨੂੰ ਲੱਗਦਾ ਹੀ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਸਿੱਖ ਗੁਰੂ ਉਹ ਸਾਡੇ ਆ, ਬਾਕੀਆਂ ਦਾ ਕੋਈ ਹੱਕ ਨਹੀਂ ਗਾ। ਇਹ ਵੀ ਇੱਕ ਸੌੜੀ ਤੇ ਮਾੜੀ ਸੋਚ ਹੈ। ਇਸ ਤੋਂ ਸਾਨੂੰ ਬਾਹਰ ਆਉਣਾ ਪਊਗਾ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਜੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਆ ਉੱਥੇ ਵੀ ਸਾਡੇ ਹੀ ਬੰਦੇ ਲੱਗਣੇ ਚਾਹੀਦੇ ਆ। ਤੱਲਣ ਵਾਲਾ ਕਾਂਡ ਸੀ, ਮੈਂ ਖੁਦ ਉਸ ਮੌਕੇ ਦਾ ਗਵਾਹ ਸੀ। ਤੱਲਣ ਜਲੰਧਰ ਦੇ ਵਿੱਚ ਕਾਂਡ ਹੋਇਆ, ਉੱਥੇ ਵੀ ਇਸੇ ਤਰ੍ਹਾਂ ਜੱਟ ਦਲਤਾਂ ਦਾ ਮਸਲਾ ਸੀ। ਤਾਂ ਉੱਥੇ ਤੱਲਣ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਸੀ, ਅਸਲ ਦੇ ਵਿੱਚ ਮੁੱਦਾ ਉੱਥੇ ਇਹੀ ਸੀਗਾ ਕਿ ਗੋਲਕ ਨਾਲ ਜੁੜਿਆ ਵੀ ਕਹਿ ਸਕਦੇ ਹੋ ਤੁਸੀਂ, ਜਦੋਂ ਇਹ ਰਫੜ ਪਿਆ ਔਰ ਖਾਸਾ ਰਫੜ ਪਿਆ ਔਰ ਪੰਜਾਬ ਦੇ ਵਿੱਚ ਇਸ ਮੁੱਦੇ ਦੀ ਇੰਨੀ ਕੁ ਚਰਚਾ ਹੋਈ ਕਿ ਅੱਜ ਦੇਖਦੇ ਹਾਂ ਉਹ ਤਾਂ ਚਲੋ ਤੱਲਣ ਦਾ ਸੀਗਾ ਮਾਮਲਾ ਸੁਲਝ ਗਿਆ। ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਉਹਦੀ ਗੂੰਜ ਪਈ ਸੀਗੀ, ਪਰ ਹੋ ਕੀ ਰਿਹਾ ਹੈ ਕਿ ਅਸੀਂ ਜੱਟ ਦਲਤਾਂ ਦੇ ਵਿੱਚ ਵੰਡੇ ਰਹਾਂਗੇ, ਜਾਤਾਂ ਪਾਤਾਂ 'ਚ ਜੱਟ ਛਿੰਬੇ, ਜੱਟ ਚਮਾਰ, ਜੱਟ ਮਜਵੀ, ਜੱਟ ਰਾਮਗੜੀਏ, ਇਹਨਾਂ ਚੀਜ਼ਾਂ 'ਚ ਅਸੀਂ ਵੜੇ ਰਹਾਂਗੇ ਕਿ ਅਸੀਂ ਕਦੇ ਬਾਬੇ ਨਾਨਕ ਦੀ ਉਸ ਗੁਰਬਾਣੀ ਦੇ ਉੱਪਰ ਉਹਨਾਂ ਆਸ਼ਿਆਂ ਦੇ ਉੱਪਰ ਚੱਲਾਂਗੇ? ਇਹ ਤਾਂ ਬਿਲਕੁਲ ਉਲਟ ਹੋ ਰਿਹਾ ਹੈ। ਹੁਣ ਜਦੋਂ ਇਸ ਪਰਿਵਾਰ ਨੂੰ ਉਹਨਾਂ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਪਿੰਡ ਵਿੱਚ ਜਿੰਨੇ ਵੀ ਦਲਿਤ ਪਰਿਵਾਰ ਸੀ ਜਾਂ ਗਰੀਬ ਪਰਿਵਾਰ ਸੀ ਉਹਨਾਂ ਵੱਲੋਂ ਆਵਾਜ਼ ਚੁੱਕੀ ਗਈ ਕਿ ਜਿਹੜੇ ਗੁਰਦੁਆਰੇ ਜਿਹੜੇ ਨੇ SGPC ਦੇ ਪ੍ਰਬੰਧ ਹੇਠ ਨੇ, ਉੱਥੇ ਕਿਹਾ ਜਾਂਦਾ ਆ ਕਿ ਜਿਹੜੇ ਵੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ, ਮੰਦਰਾਂ ਮਸਜਿਦਾਂ ਵਿੱਚ ਜਾਂਦੇ ਨੇ, ਉਹਨਾਂ ਨੂੰ ਗੁਰੂ ਘਰ 'ਚ ਸਨਮਾਨ ਜਾਂ ਬਰਾਬਰੀ ਦਾ ਦਰਜਾ ਨਹੀਂ ਮਿਲੇਗਾ। ਹੁਣ ਇਹ ਵਾਕਈ ਹੈਰਾਨੀ ਦੀ ਗੱਲ ਆ ਕਿ ਇਹ ਕਿਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਉਹ ਸਾਹਮਣੇ ਆਈ ਆ। ਭਾਈ ਸਾਹਿਬ ਜੋ ਗੁਰੂ ਘਰ ਦੀ ਸੇਵਾ ਸੰਭਾਲਦੇ ਨੇ ਉਹਨਾਂ ਦੇ ਵੀ ਕਹਿਣਾ ਸੀ ਕਿ ਇਹ ਇਸ ਲਈ ਕੀਤਾ ਗਿਆ ਆ ਕਿ ਬਰਗਾੜੀ ਵਰਗਾ ਕਾਂਡ ਨਾ ਹੋਵੇ। ਬਰਗਾੜੀ ਦੀ ਵਾਰਦਾਤ ਇਸ ਲਈ ਹੋਈ ਸੀ ਕਿਉਂਕਿ ਬੇਅਦਬੀ ਕੀਤੀ ਗਈ ਸੀਗੀ। ਉਹ ਤਾਂ ਲੈਣ ਆਏ ਸੀ ਮੁੰਡੇ ਦੀ ਅੰਤਿਮ ਅਰਦਾਸ ਕਰਨ ਵਾਸਤੇ, ਉਹ ਕੋਈ ਬੇਅਦਬੀ ਕਰਨ ਵਾਸਤੇ ਥੋੜ੍ਹਾ ਲੈਣ ਆਏ ਸੀ ਵੀ ਜੇ ਕੋਈ ਕਿ ਇਸ ਤਰੀਕੇ ਨਾਲ ਲੈ ਜਾਓ। ਕਿ ਉਹਨਾਂ ਨੇ ਪਿੰਡ ਨਹੀਂ ਰਹਿਣਾ, ਕਿ ਘਰ ਨਹੀਂ ਵਸਿਆ, ਜਿਨ੍ਹਾਂ ਦੇ ਘਰ ਮਰਗ ਹੋਈ ਆ ਕਿ ਉਹ ਇੱਦਾਂ ਕਰਨਗੇ ਜਿਸ ਤਰੀਕੇ ਦੀ ਕਰਤੂਤ ਕੀਤੀ ਗਈ ਆ? ਉਸ ਵਿੱਚ ਭਾਈਚਾਰੇ ਦੀ ਕੋਈ ਕਮੀ ਨਹੀਂ ਸੀ, ਪਰ ਇਸ ਤਰ੍ਹਾਂ ਦੀਆਂ ਦਰਾੜਾਂ ਦਾ ਅਸਰ ਉਸ ਪਿੰਡ ਦੇ ਲੋਕਾਂ ਦੀ ਗੱਲਬਾਤ ਵਿੱਚ ਵੀ ਨਜ਼ਰ ਆ ਰਿਹਾ ਸੀ, ਜੋ ਇਹ ਕਹਿ ਰਹੇ ਸੀ ਕਿ ਸਾਡੇ ਨਾਲ ਤਾਂ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ। ਅਤੇ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਦਲਿਤਾਂ ਨੂੰ ਕਦੇ ਪ੍ਰਧਾਨ ਨਹੀਂ ਬਣਾਇਆ ਗਿਆ ਤੇ ਬਰਾਬਰੀ ਨਹੀਂ ਮਿਲੀ, ਜਿਸ ਕਰਕੇ ਉਹ ਦੂਜੇ ਧਰਮਾਂ ਦੇ ਵਿੱਚ ਜਾ ਕੇ ਪਨਾਹ ਲੱਭਦੇ ਆ। ਸੋਚੋ, ਪਿੰਡਾਂ ਦੇ ਵਿੱਚ ਤਾਂ ਅਸੀਂ ਪਹਿਲਾਂ ਇਹ ਗੱਲਾਂ ਕਰ ਦਿੱਤੀਆਂ ਕਿ ਉਹ ਵਿਹੜੇ ਵਾਲੇ ਆ, ਉਹ ਵਿਹੜੇ ਵਾਲੇ ਆ, ਉਹ ਵਿਹੜੇ ਵਾਲੇ ਆ, ਉਹ ਵਿਹੜੇ ਤੋਂ ਜਿਹੜੇ ਆ ਕੰਮ ਵਾਲੀ ਲਿਆਂਦੀ ਆ, ਉਹ ਵਿਹੜੇ ਤੋਂ ਸੀਰੀ ਲੱਭਿਆ।
ਪਰ ਉਹਨਾਂ ਵਿਹੜੇ ਵਾਲਿਆਂ ਦਾ ਤੁਸੀਂ ਵਿਹੜੇ ਕਰਕੇ ਹੁਣ ਤੱਕ ਤਾਂ ਪਿਛਲੇ 40 ਸਾਲਾਂ ਦੇ ਪੰਜਾਬ ਨੂੰ ਅਸੀਂ ਦੇਖਦੇ ਰਹੇ ਹਾਂ, 50 ਸਾਲ ਦੇ ਪੰਜਾਬ ਨੂੰ ਅਸੀਂ ਦੇਖਿਆ ਬਾਚਿਆ, ਤਾਂ ਘੱਟੋ ਘੱਟ ਉਹ ਕੋੜ ਜਿਹੜਾ ਹੈ ਨਾ ਸਾਡੇ ਮਨਾਂ ਦੇ ਵਿੱਚੋਂ ਜਾਤ ਪਾਤ ਦਾ ਉਹ ਖਤਮ ਨਹੀਂ ਹੋਇਆਗਾ। ਬੜੇ ਬੀਬੇ ਰਾਣੇ ਇਹ ਪ੍ਰਧਾਨ ਬਣੇ ਹੁੰਦੇ ਆ, ਬੜੇ ਬੀਬੇ ਰਾਣੇ ਜਿਹੜੇ ਆ ਉਹ ਲੋਕ ਬਣੇ ਹੁੰਦੇ। ਔਰ ਮੇਰੇ ਖੁਦ ਪਿੰਡ ਦੀ ਇਹ ਗੱਲ ਦਾਸਤਾਨ ਤੁਹਾਨੂੰ ਮੈਂ ਦੱਸਦਾ ਕਿ ਮੇਰੇ ਪਿੰਡ ਦੇ ਗੁਰੂ ਘਰ ਦੇ ਵਿੱਚ ਵੀ ਜਿਹੜੇ ਪ੍ਰਧਾਨ ਸੀਗੇ ਉਹ ਉੱਚ ਜਾਤਾਂ 'ਚੋਂ ਹੀ ਬਣਾਏ ਗਿਆ, ਉਹ ਜੱਟਾਂ ਦੇ ਵਿੱਚੋਂ ਹੀ ਬਣਾਏ ਜਾਂਦੇ ਆ, ਹੋਰ ਕਿਸੇ ਵੀ ਜਾਤ ਵਿੱਚੋਂ ਕੋਈ ਪ੍ਰਧਾਨ ਨਹੀਂ ਬਣਾਇਆ ਗਿਆ। ਔਰ ਹੁੰਦਾ ਕੀ ਸੀ ਅਕਸਰ ਕਿ ਇੱਕ ਵਾਰ ਦੀ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅਸਲੀ ਜਿਹੜੀ ਸਥਿਤੀ ਹੈ, ਬਤੌਰ ਪੱਤਰਕਾਰ ਵੀ ਮੈਂ ਇਸ ਚੀਜ਼ ਨੂੰ ਇੱਦਾਂ ਲੈਂਦਾ ਹੈ ਕਿ ਅਸਲੀ ਸਥਿਤੀ ਕੀ ਸੀ ਕਿ ਅਸੀਂ ਗੁਰੂ ਘਰ ਚਲੇ ਗਏ ਅਤੇ ਉੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਆ ਉਹ ਗੁਰਪੁਰਬ ਸੀਗਾ, ਉਹਦੀਆਂ ਤਿਆਰੀਆਂ ਦੇ ਵਿੱਚ ਅਸੀਂ ਸੇਵਾ ਕਰਾਉਣ ਲੱਗੇ ਰਹੇ। 2-3 ਦਿਨ ਜਿਹੜੀ ਸੀਗੀ ਉਹ ਸੇਵਾ ਲੱਗੀ ਹੋਈ ਸੀਗੀ, ਅਸੀਂ ਸੇਵਾ ਕਰਦੇ ਰਹੇ। ਪਿੰਡ ਦੇ ਤਕਰੀਬਨ ਹੀ ਮੁੰਡੇ ਜਿਹੜੇ ਸੀਗੇ ਜਾਂ ਘਰਾਂ ਦੀਆਂ ਬੀਬੀਆਂ ਉੱਥੇ ਲੰਗਰ ਪਾਣੀ ਦੀ ਸੇਵਾ ਕਰਦੀਆਂ, ਅਸੀਂ ਲੰਗਰ ਛਕਾਉਣ ਦੇ ਵਿੱਚ ਸੀਗੇ ਅਤੇ ਚਲੋ ਹੋਰ ਜਿਹੜੀ ਚੀਜ਼ ਦੀ ਲੋੜ ਸੀਗੀ ਉਹ ਅਸੀਂ ਕਰੀ ਜਾਂਦੇ ਸੀ। ਅਖੀਰਲੇ ਦਿਨ ਵੀ ਅਸੀਂ ਅੱਧੀ ਕੁ ਰਾਤ ਨੂੰ ਉੱਠ ਖੜ੍ਹੇ, ਸਿਆਲਾਂ ਦੇ ਦਿਨ ਸੀਗੇ, ਜਨਵਰੀ ਦਾ ਮਹੀਨਾ ਹੋਊਗਾ, ਅਤੇ ਅਸੀਂ ਸਬਜ਼ੀਆਂ ਵਗੈਰਾ ਕਟਾਈਆਂ, ਦਾਲਾਂ ਦੂਲਾਂ ਸਾਰੀਆਂ ਸਵਾਰੀਆਂ। ਤਾਂ ਉਸ ਤੋਂ ਬਾਅਦ ਕੀ ਕੀਤਾ ਕਿ ਅਸੀਂ ਰਲ ਮਿਲ ਕੇ ਸਾਰੇ ਮੁੰਡਿਆਂ ਨੇ ਸੇਵਾ ਕੀਤੀ ਅਤੇ ਗੁਰੂ ਘਰ ਦੇ ਵਿੱਚ ਜਿਹੜਾ ਉਸ ਦਿਨ ਲੰਗਰ ਪੱਕਿਆ, ਪ੍ਰਸ਼ਾਦੇ ਤਿਆਰ ਹੋਏ, ਦਾਲਾਂ ਤਿਆਰ ਹੋਈ, ਕੜਾਹ ਤਿਆਰ ਹੋਇਆ, ਔਰ ਇਸ ਤੋਂ ਇਲਾਵਾ ਜਿਹੜੀ ਖੀਰ ਸੀ ਉਹ ਤਿਆਰ ਹੋਈ। ਹੁਣ ਜਦੋਂ ਪਾਠ ਹੋ ਗਿਆ, ਅਰਦਾਸ ਹੋ ਗਈ, ਕੀਰਤਨ ਹੋ ਗਿਆ, ਤਾਂ ਕਾਫੀ ਦੁਪਹਿਰ ਹੋ ਗਈ, ਯਾਨੀ ਕਿ 1-1:30 ਵਜਾਤਾ। ਤਾਂ 1-1:30 ਜਦੋਂ ਹੋ ਗਿਆ ਅਤੇ ਉਸ ਤੋਂ ਬਾਅਦ ਮੇਰਾ ਧਿਆਨ ਕੀ ਪਿਆ ਕਿ ਜਿਵੇਂ ਹੀ ਲੰਗਰ ਦਾ ਭਾਈ ਜੀ ਬੰਨਿਓ ਆਇਆ ਸੁਨੇਹਾ ਕਿ ਬਾਈ ਬਾਹਰ ਜਾ ਕੇ ਤੁਸੀਂ ਲੰਗਰ ਸੰਗਤੋਂ ਛਕ ਲਓ, ਅਤੇ ਉਹ ਇੱਕੋ ਦਮ ਲੱਗੇ ਅਤੇ ਭੱਜ ਕੇ ਸਾਰੇ ਜਣੇ ਜਿਹੜੇ ਸੀਗੇ ਵੱਡੇ ਘਰਾਂ ਵਾਲੇ ਉਹ ਮੂਹਰੇ ਲਾਈਨਾਂ ਬਣਾ ਕੇ ਜਿੱਦਾਂ ਬੈਠੇ, ਅਤੇ ਵਰਤਾਵੇ ਵੀ ਉਹਨਾਂ 'ਚੋਂ ਲੱਗੇ, ਅਤੇ ਕਿਸੇ ਬੰਦੇ ਨੂੰ ਜਿਹੜਾ ਵਰਤਾਵਾ ਵੀ ਨਹੀਂ ਉੱਥੇ ਦੂਜੇ ਨੂੰ ਲੱਗਣ ਦਿੱਤਾ। ਅਤੇ ਗੁਰੂ ਘਰ ਦੇ ਬੂਹੇ ਦੇ ਵਿੱਚ 8-10 ਮਾਈਆਂ, ਉੱਚੇ ਥੜਾ ਸੀਗਾ, 8-10 ਮਾਈਆਂ, ਕੋਈ 10-12 ਨਿਆਣੇ ਹੁੰਦੇ ਆ ਜਿਨ੍ਹਾਂ 'ਚੋਂ 1-2 ਤਾਂ ਕੁੱਛੜ ਰੋਈ ਜਾਂਦੇ ਸੀ, ਸ਼ਾਇਦ ਭੁੱਖ ਨਾਲ ਹੀ ਉਹ ਰੋਂਦੇ ਸੀਗੇ। ਤਾਂ ਫਿਰ ਹੋਇਆ ਕਿ ਜਦੋਂ ਉਹ ਲੰਗਰ ਸਾਰਿਆਂ ਨੂੰ ਛਕਾਉਣਾ ਸ਼ੁਰੂ ਕਰਤਾ, ਖੀਰ ਪ੍ਰਸ਼ਾਦ ਵਰਤਾਉਣਾ ਸ਼ੁਰੂ ਕਰਤਾ, ਫੁਲਕੇ ਵਰਤਾਉਣੇ ਸ਼ੁਰੂ ਕਰਤੇ, ਦਾਲਾਂ ਵਰਤਾਉਣੀ ਸ਼ੁਰੂ ਕਰਤੀ, ਮੈਂ ਉੱਥੇ ਖੜੋਤੇ ਨੇ ਉਹਨਾਂ ਨੂੰ ਸੱਦ ਲਿਆ ਕਿ ਆ ਜਾਓ ਤੁਸੀਂ ਵੀ ਅੰਦਰ ਆ ਜਾਓ, ਪੰਗਤਾਂ ਬਣਾ ਲਓ, ਪਹਿਲਾਂ ਇੱਧਰ ਵੀ ਛਕਾ ਲਈਏ। ਤਾਂ ਗੁਰਦੁਆਰੇ ਦੇ ਜਿਹੜੇ ਭਾਈ ਜੀ ਸੀਗੇ, ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸੀਗੇ, ਉਹਨਾਂ ਦੋਵਾਂ ਨੇ ਮੈਨੂੰ ਅਜੀਬ ਜੀ ਤੱਕਣੀ ਨਾਲ ਤੱਕਿਆ ਅਤੇ ਮੈਨੂੰ ਪੁੱਛਣ ਲੱਗੇ ਵੀ ਤੂੰ ਫਲਾਨਾ ਸਿਉਂ ਦਾ ਪੋਤਰਾ ਆ? ਮੈਂ ਕਿਹਾ ਜੀ ਹਾਂਜੀ। ਆਹ ਤੂੰ ਕੀ ਕਰੀ ਜਾਂਦਾ ਹੈ? ਮੈਂ ਕਿਹਾ ਜੀ ਉਹ ਗਰੀਬ ਜਿਹੜੇ ਖੜ੍ਹੇ ਆ, ਮੈਂ ਕਿਹਾ 1:30 ਵੱਜ ਗਿਆ, ਭੁੱਖ ਲੱਗੀ ਹੈ, ਆਪਾਂ ਤਾਂ ਆਪ ਹੀ ਇੱਥੇ ਲੰਗਰ ਵਾਸਤੇ ਵਸਤਾਂ ਲਿਆਏ, ਆਪਾਂ ਆਪ ਹੀ ਬੈਠੇ ਖਾਈ ਜਾਂਦੇ ਹਾਂ। ਉਹਨਾਂ ਜਿਹੜਾ ਹੈਗਾ ਆ ਗਰੀਬ ਦਾ ਮੂੰਹ ਕਹਿੰਦੇ ਆ ਗੁਰੂ ਕੀ ਗੋਲਕ ਹੁੰਦਾ, ਅਤੇ ਉਹ ਮੇਰੇ ਗਲ ਪਏਗਾ, ਕਹਿੰਦਾ ਤੂੰ ਸਾਨੂੰ ਮੱਤਾਂ ਦੇਏਗਾ ਇਸ ਗੱਲ ਦੀਆਂ। ਤਾਂ ਉਹਨਾਂ ਨੂੰ ਜਿਹੜਾ ਲੰਗਰ ਹੈ ਉਹਨਾਂ ਨੇ ਛਕਾਇਆ ਨਹੀਂ, ਬਸ਼ਰਤੇ ਹੋਇਆ ਕਿ ਉਹਨਾਂ ਨੂੰ ਧੱਕੇ ਮਾਰ ਕੇ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਅਤੇ ਅਖੌਤੀ ਜਿਹੜੀ ਆ ਉਹਨਾਂ ਦਾ ਜਾਤੀ ਸੂਚਕ ਉਹਨਾਂ ਨੂੰ ਗਾਲ ਕੱਢ ਕੇ ਬਾਹਰ ਕੀਤਾ ਗਿਆ। ਅਤੇ ਫਿਰ ਜਦੋਂ ਵਰਤਾਵੇ ਲੱਗੇ, ਹਾਂਜੀ ਸੰਧੂ ਸਾਹਿਬ ਤੁਹਾਨੂੰ ਦਈਏ, ਹਾਂਜੀ ਗਿੱਲ ਸਾਹਿਬ ਤੁਸੀਂ ਲੈ ਲਓ, ਢਿੱਲੋਂ ਸਾਹਿਬ ਤੁਸੀਂ ਲਿਆਓ ਜੀ, ਖੀਰ ਹੋਰ ਪਾਓ, ਗੱਫਾ ਖਾਈਦਾ ਹੁੰਦਾ। ਮੇਰਾ ਮਨ ਕਿਰਕ ਗਿਆ, ਔਰ ਮੈਂ ਉਸ ਵਕਤ ਲੰਗਰ ਵਰਤਾ ਰਿਹਾ ਸੀ, ਖੀਰ ਦੀ ਬਾਲਟੀ ਮੇਰੇ ਹੱਥ 'ਚ ਫੜੀ ਸੀ, ਤਾਂ ਮੇਰਾ ਮਨ ਇੰਨਾ ਕੁ ਖਰਾਬ ਹੋਇਆ ਕਿ ਮੈਂ ਛੱਡ ਕੇ ਆ ਗਿਆ ਕਿ ਜਿਸ ਗੁਰੂ ਘਰ ਦੇ ਵਿੱਚ ਇੰਨਾ ਵਿਤਕਰਾ ਗਰੀਬਾਂ ਦੇ ਨਾਲ ਕੀਤਾ ਜਾਂਦਾ ਆ, ਅਤੇ ਉੱਥੇ ਮੈਂ ਆਊਂਗਾ ਨਹੀਂ। ਔਰ ਮੇਰੀ ਸਥਿਤੀ ਰਹੀ ਹੈ ਕਿ ਹਾਲੇ ਮੈਂ ਬਾਕੀ ਗੁਰੂ ਘਰਾਂ 'ਚ ਜਾਂਦਾ ਹਾਂ, ਸਤਿਕਾਰ ਮਹਾਰਾਜ ਦੀ ਬਾਣੀ ਪ੍ਰਤੀ ਓਨਾ ਹੀ ਆ, ਓਨਾ ਹੀ ਮੈਂ ਸਿੱਖ ਔਰ ਜ਼ਿਮੀਂਦਾਰ ਪਰਿਵਾਰ ਵਿੱਚੋਂ ਹੋਣ ਕਰਕੇ ਮੈਂ ਇੱਕ ਗੱਲ ਨੂੰ ਲੈਂਦਾ ਹਾਂ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਪਵਿੱਤਰ ਆਸ਼ੇ ਨੂੰ ਸਮਝਿਆ ਹੀ ਨਹੀਂ ਗਿਆ, ਅਸੀਂ ਉਸ 'ਤੇ ਚੱਲੇ ਹੀ ਨਹੀਂ ਗਏ। ਸਾਡੀਆਂ ਦਿੱਕਤਾਂ ਇਹ ਆ, ਔਰ ਇਹ ਤਾਂ ਇੱਕ ਗੁਰੂ ਘਰ ਦੀ ਹੱਡ ਬੀਤੀ ਮੈਂ ਸੁਣਾਈ ਆ, ਅਤੇ ਜਿਹੜੇ ਬਾਕੀ ਗੁਰੂ ਘਰਾਂ ਦੇ ਵਿੱਚ ਜੋ ਕੁਛ ਕਰੀ ਜਾਂਦੇ ਆ, ਅਖੌਤੀ ਪ੍ਰਧਾਨ ਹੋ ਗਏ, ਵਿੱਚ ਭਾਈ ਜੀ ਹੋ ਗਏ, ਅਤੇ ਵਿੱਚ ਹੀ ਜਿਹੜਾ ਬਾਕੀ ਦਾ ਟੋਲਾ ਜਿੰਨੇ ਕੁ ਮੈਂਬਰ ਬਣੇ ਹੁੰਦੇ ਆ, ਔਰ ਜਿਹੜੀਆਂ ਪੱਗਾਂ ਲੱਥਦੀਆਂ ਪਈਆਂ ਆ ਉਹ ਇਸ ਕਰਕੇ ਹੀ ਲੱਥਦੀਆਂ ਪਈਆਂ, ਜਾਂ ਪ੍ਰਧਾਨਗੀ ਆ, ਅਤੇ ਜਾਂ ਫਿਰ ਪੈਸਾ ਜਾਂ ਚੜ੍ਹਾਵਾ ਆ, ਅਤੇ ਜਾਂ ਬਹੁਤ ਕੁਛ ਇੱਦਾਂ ਦਾ ਹੈ। ਔਰ ਇੱਥੋਂ ਤੱਕ ਸਥਿਤੀ ਜਿਹੜੀ ਹੈ ਉਹ ਮਾੜੀ ਹੋ ਚੁੱਕੀ ਆ ਕਿ ਕਿਸੇ ਦੇ ਘਰ ਜਿਹੜਾ ਪਾਠ ਆ ਉਹ ਵੀ ਅਗਰ ਰੱਖਿਆ ਜਾਂਦਾ, ਗੁਰੂ ਘਰ ਦੇ ਬੰਨਿਓ ਜਿਹੜੇ ਭਾਈ ਜੀ ਜਾਂਦੇ ਆ ਪਾਠ ਕਰਨ ਵਾਸਤੇ, 5 ਜਿਹੜੇ ਆ ਪਾਠੀ ਸਿੰਘ ਅਗਰ ਨਾਲ ਜਾਂਦੇ ਆ, ਅਤੇ ਜੇ ਪਰਿਵਾਰਾਂ ਬੰਨਿਓ ਉਹਨਾਂ ਦਾ ਕੋਈ ਸੇਵਾ ਪਾਣੀ ਵੀ ਕੀਤਾ ਜਾਂਦਾ ਆ, ਅਤੇ ਉੱਥੇ ਵੀ ਪੰਗਾ ਆ, ਉੱਥੇ ਵੀ ਚੌਧਰ ਜਿਹੜੀ ਆ ਪ੍ਰਧਾਨ ਹੋਰਾਂ ਦੀ ਚੱਲਦੀ ਆ, ਜਿਹੜੇ ਕੋਈ ਕੱਪੜਾ ਲੀੜਾ ਕੋਈ ਕੁਛ ਵੀ ਮਿਲਦਾ, ਕੋਈ ਖੇਸ ਕੰਬਲ ਲੋਈਆਂ ਪਰਿਵਾਰ ਵਾਲੇ ਦੇ ਦਿੰਦੇ ਆ, ਉਹਦੇ ਵਿੱਚ ਵੀ
ਹੇਰਾ ਫੇਰੀ ਆ ਉਹਦੇ ਵਿੱਚ ਵੀ ਬੇਈਮਾਨੀ ਆ, ਇਹੋ ਜਿਹੀਆਂ ਚੀਜ਼ਾਂ ਗੁਰੂ ਘਰਾਂ ਦੇ ਵਿੱਚ ਆ ਗਈਆਂ। ਹੁਣ ਜਿਹੜੀ ਇਸ ਪਿੰਡ ਵਾਲੀ ਆਪਾਂ ਮਿਸਾਲ ਤੋਂ ਸ਼ੁਰੂ ਕੀਤਾ ਆ, ਇਹ ਤਾਂ ਤੁਸੀਂ ਹਰੇਕ ਪਿੰਡ ਚਲੇ ਜਾਓ, ਹਰੇਕ ਪਿੰਡ ਦੇ ਦਲਿਤਾਂ ਦਾ ਇਹੀ ਰੋਸਾ, ਇਹੀ ਦੁੱਖ ਆ। ਇਸ ਕਰਕੇ ਤੁਸੀਂ ਪੰਜਾਬ ਦੇ ਖਾਸ ਤੌਰ 'ਤੇ ਗੁਰਦਾਸਪੁਰ ਮਾਝੇ ਦੇ ਇਲਾਕੇ ਦੇ ਤੁਸੀਂ ਦੇਖ ਲਓ, ਤੇ ਹੁਣ ਪੰਜਾਬ ਦੇ ਵੀ ਇੱਧਰ ਬਠਿੰਡਾ ਜ਼ਿਲ੍ਹਾ ਵੀ ਇਹਦੇ ਕਾਬੂ 'ਚ ਆ ਗਿਆ। ਇੱਥੇ ਈਸਾਈਅਤ ਦਾ ਇੰਨਾ ਕੁ ਪ੍ਰਚਾਰ ਆ ਕਿ ਬਹੁਤੇ ਲੋਕ ਜਦੋਂ ਤੁਸੀਂ ਈਸਾਈ ਧਰਮ ਦੇ ਉਹਨਾਂ ਸਥਾਨਾਂ ਉੱਤੇ ਜਾਂਦੇ ਹੋ ਜਿੱਥੇ ਇਹਨਾਂ ਦੀਆਂ ਪ੍ਰਾਰਥਨਾਵਾਂ ਸਭਾਵਾਂ ਹੁੰਦੀਆਂ ਨੇ, ਤੁਸੀਂ ਹੈਰਾਨ ਰਹਿ ਜਾਓਗੇ। ਉੱਥੇ ਪੱਗਾਂ ਵਾਲੇ ਬਹੁਤ ਬੈਠੇ ਹੁੰਦੇ, ਉਦੋਂ ਦੁੱਖ ਆਉਂਦਾ ਕਿ ਜੇ SGPC ਨੇ ਜਾਂ ਫਿਰ ਸਾਡੇ ਗੁਰੂ ਘਰ ਦੇ ਇਹਨਾਂ ਖੌਤੀ ਪ੍ਰਧਾਨਾਂ ਨੇ, ਪ੍ਰਬੰਧਕਾਂ ਨੇ, ਭਾਈਆਂ ਨੇ ਇਸ ਗੱਲ ਬਾਰੇ ਕੋਈ ਸੋਚਿਆ ਹੁੰਦਾ ਤਾਂ ਕਦੇ ਵੀ ਇਹ ਲੋਕ ਸਾਡੇ ਸੀਗੇ ਉਹ ਸਿੱਖੀ ਨਾਲੋਂ ਨਾ ਟੁੱਟਦੇ, ਉਹ ਗੁਰੂ ਘਰਾਂ ਤੋਂ ਦੂਰ ਨਾ ਜਾਂਦੇ, ਜੋ ਉਹਨਾਂ ਦੀ ਇੱਜ਼ਤ ਹੁੰਦੀ। ਔਰ ਬਹੁਤੇ ਗੁਰੂ ਘਰਾਂ ਦੇ ਵਿੱਚ ਤਾਂ ਇੱਥੋਂ ਤੱਕ ਉਹਨਾਂ ਦੇ ਭਾਂਡੇ ਵੀ ਵੱਖਰੇ, ਲੰਗਰ ਵੀ ਵੱਖਰਾ। ਜਿਵੇਂ ਡੇਰਾ ਰੂਮੇ ਵਾਲਾ ਭੁੱਚੋ ਸੀਗਾ ਤੇ ਉੱਥੇ ਆਹ ਕੁਛ ਕੀਤਾ ਜਾਂਦਾ ਸੀ। ਔਰ ਹੋਰ ਕਈ ਗੁਰੂ ਘਰ ਇਹੋ ਜਿਹੇ ਜਿੱਥੇ ਸਪਸ਼ਟ ਹੈ, ਪਰ ਉਹ ਕਹਿੰਦੇ ਜੀ ਸਾਡੀ ਨੀਤੀ ਅਸੀਂ ਨਹੀਂ ਬਦਲ ਸਕਦੇ, ਕਰੀ ਜਾਂਦੇ ਇਹ। ਪਰ ਉੱਥੇ ਕੋਈ ਜ਼ੋਰ ਨਹੀਂ ਚੱਲਦਾ ਗਾ। SGPC ਉਸ ਜਗ੍ਹਾ ਦੇ ਉੱਤੇ ਆ ਕੇ ਚੁੱਪ ਹੋ ਜਾਂਦੀ ਆ। ਫਿਰ ਵੀ ਉਸ ਸਾਧ ਦਾ ਜਿਹਦਾ ਉਹ ਡੇਰਾ ਸੀਗਾ ਤੇ ਉਸ ਦੀ ਇੰਨੀ ਪੂਜਾ ਕੀਤੀ ਜਾਂਦੀ ਆ, ਬਹੁਤੇ ਆਸਥਾ 'ਚ ਅੰਨੇ ਲੋਕ ਉਹ ਕਹਿੰਦੇ ਬਾਬਾ ਜੀ ਬਾਬਾ ਜੀ। ਔਰ ਬਾਬਾ ਜੀ ਜਿਹੜੇ ਆ ਉਹ ਆਪਣੇ ਹੀ ਢੋਲ ਢਮੱਕੇ ਤੇ ਆਪਣੀਆਂ ਹੀ ਗੋਗਣਾ ਵਧਾ ਕੇ ਉਹ ਗੁਰੂ ਘਰਾਂ 'ਚ ਬੈਠੇ ਉਹ ਖਾਈ ਜਾਂਦੇ ਆ। ਜੇ ਤੁਸੀਂ ਅਸਲੀਅਤ ਵਿੱਚ ਡੇਰਿਆਂ ਵਾਲੇ ਇਹਨਾਂ ਸਾਧਾਂ ਨੂੰ ਵੇਖੋ, ਇਹਨਾਂ ਗੁਰੂਦੁਆਰਿਆਂ ਦੇ ਨਾਂ ਦੇ ਉੱਤੇ ਜਿਹੜੇ ਬੈਠ ਕੇ ਪੂਜਾ ਦਾ ਧਾਨ ਖਾ ਰਹੇ ਆ ਔਰ ਮਸੰਦਬਾਜ਼ੀਆਂ ਕਰਦੇ ਪਏ ਆ। ਗੁਰੂ ਸਾਹਿਬ ਅੱਜ ਆ ਜਾਣ ਤੇ ਖੁਦ ਇਹਨਾਂ ਨੂੰ ਜਿਵੇਂ ਉਸ ਸਮੇਂ ਮਸੰਦ ਸਾੜੇ ਸੀ, ਇਹਨਾਂ ਨੂੰ ਇੱਦਾਂ ਹੀ ਫੂਕਣਗੇ। ਇਹ ਸਥਿਤੀ ਬਣੀ ਹੋਈ ਆ, ਇੰਨੀ ਗੰਭੀਰ ਸਥਿਤੀ ਆ। ਤਾਂ ਪਿੰਡ ਦੇ ਲੋਕਾਂ ਨੇ ਉੱਥੇ ਜਿਹੜੀ ਜਿਗਰੇ ਇਹ ਘਟਨਾ ਹੋਈ ਆ ਆਵਾਜ਼ ਚੁੱਕੀ ਆ। ਉਹਨਾਂ ਦੀ ਕਹਿੰਦੇ ਆ ਇੱਕ ਦਰਦ, ਇੱਕ ਨਿਰਾਸ਼ਾ ਸੀ, ਉਦਾਸੀ ਝਲਕਦੀ ਸੀਗੀ ਉਹਨਾਂ ਦੇ ਵਿੱਚ ਕਿ ਸਾਨੂੰ ਸਾਡੇ ਧਰਮ ਵਿੱਚ ਵੀ ਬਰਾਬਰੀ ਨਹੀਂ ਮਿਲ ਰਹੀ। ਇਹ ਸਭ ਤੋਂ ਜ਼ਿਆਦਾ SGPC ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਦੇ ਵਿੱਚ ਹੋ ਰਿਹਾ। ਇਹ ਆਵਾਜ਼ ਉਹ ਸੱਚ ਬਿਆਨ ਕਰਦੀ ਹੈ ਜਿਸ ਦਾ ਅਸਰ ਨਾ ਸਿਰਫ ਧਰਮ ਪਰਿਵਰਤਨ ਦੇ ਰੂਪ ਵਿੱਚ ਹੋ ਰਿਹਾ, ਬਲਕਿ ਈਸਾਈ ਪ੍ਰਚਾਰਕ ਇੱਥੇ ਸਕੂਲਾਂ ਦੇ ਵਿੱਚ ਵਧੀਆ ਸਿੱਖਿਆ ਗਰੀਬ ਪਰਿਵਾਰਾਂ ਨੂੰ ਦੇ ਰਹੇ ਨੇ ਤੇ ਉਹ ਸਿੱਖਿਆ ਦੀ ਆੜ ਵਿੱਚ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰ ਰਿਹਾ। ਪੰਜਾਬੀ ਤੋਂ ਦੂਰ ਦਾ ਮਤਲਬ ਹੈ ਗੁਰਬਾਣੀ ਤੋਂ ਦੂਰ ਆ, ਯਾਨੀ ਕਿ ਸਿੱਖੀ ਤੋਂ ਵੀ ਦੂਰ ਕਰਨਗੇ। ਪਨੀਰੀ ਅਜਿਹੀ ਤਿਆਰ ਕੀਤੀ ਜਾ ਰਹੀ ਆ ਜੋ ਪੰਜਾਬੀ ਤਾਂ ਹੋਊਗੀ ਪਰ ਸਿੱਖ ਨਹੀਂ ਹੋਊਗੀ। ਜੇ ਇਹ ਕਾਂਡ ਹੋਇਆ ਕਿ ਜਿਸ ਘਰ ਦਾ ਜਵਾਨ ਪੁੱਤ ਮਰ ਜਾਵੇ ਤੇ ਜੇ ਉਹ ਅੰਤਮ ਅਰਦਾਸ ਕਰਾਉਣੀ ਚਾਹੁੰਦੇ ਹੋਣ, ਭਰ ਜਵਾਨੀ 'ਚ ਉਹਨਾਂ ਦਾ ਪੁੱਤ ਤੁਰ ਗਿਆ ਤੇ ਉਸ ਦੇ ਪਰਿਵਾਰ ਨੂੰ ਗੁਰੂ ਘਰ ਵੱਲੋਂ ਇਸ ਤਰੀਕੇ ਨਕਾਰਿਆ ਗਿਆ ਆ, ਉਹ ਗੁਰੂ ਘਰ ਤੋਂ ਨਹੀਂ ਉਸ ਦੀ ਸੋਚ ਤੋਂ ਹੀ ਦੂਰ ਹੋ ਗਿਆ। ਉਹ ਪਰਿਵਾਰ ਜਿਨ੍ਹਾਂ ਨੂੰ ਸੰਭਾਲਣ ਤੇ ਪ੍ਰਚਾਰਨ ਦਾ ਕੰਮ ਹੀ ਗੁਰਦੁਆਰਿਆਂ ਤੇ SGPC ਦਾ ਆ, ਜਦੋਂ ਉਹੀ ਇੱਦਾਂ ਦੁਤਕਾਰਨ ਲੱਗ ਗਏ ਤੇ ਹੋਰਾਂ ਕੋਲ ਕਿਵੇਂ ਆਸ ਰੱਖੀ ਜਾ ਸਕਦੀ ਹੈ। ਹੁਣ ਉਹਨੇ ਜੀ ਅਗਲੀ ਖਬਰ ਵੱਲ, ਅੰਧ ਵਿਸ਼ਵਾਸ ਤੇ ਖੌਤੀ ਜਿਹੜੇ ਸਾਧ ਨੇ ਨਾ, ਉਹਨਾਂ ਨੇ ਉਹ ਕੁਛ ਕੀਤਾ ਹੋਇਆ ਜਿਹਨੂੰ ਵੇਖ ਕੇ ਜਿਹੜੀ ਆ ਹੁਣ ਸ਼ਰਮ ਆਉਣ ਲੱਗ ਪਈ ਆ ਕਿ ਫਿਰ ਵੀ ਅੰਨੇ ਲੋਕ ਜਿਹੜੇ ਆ ਅੰਨੀ ਸ਼ਰਧਾ ਦੇ ਵਿੱਚ ਉਹਨਾਂ ਸਾਧੜਿਆਂ ਦੇ ਜਾ ਕੇ ਪੈਰਾਂ 'ਚ ਪੈਂਦੇ ਆ ਔਰ ਫਿਰ ਵੀ ਨਹੀਂ ਸਮਝਦੇ। ਬੇਸ਼ੱਕ ਚਾਹੇ ਉਹ ਸੌਦਾ ਸਾਧ ਰਾਮ ਰਹੀਮ ਵਾਲਾ ਮਾਮਲਾ ਹੋਵੇ, ਉਹ 'ਚ ਅਸੀਂ ਦੇਖਦੇ ਹਾਂ ਫਿਰ ਵੀ ਉਹ ਆ ਕੇ ਪ੍ਰਚਾਰ ਕਰੀ ਜਾਂਦਾ ਪਰੌਲ ਤੇ, ਫਿਰ ਵੀ ਉਹ ਆ ਕੇ ਜਿਹੜਾ ਆ ਆਪਣੇ ਆਪ ਨੂੰ ਗੁਰੂ ਸਾਬਤ ਕਰਕੇ ਤੇ ਉੱਥੇ ਰੌਲਾ ਪਾ ਰਿਹਾ। ਤੇ ਇਸ ਤਰੀਕੇ ਹੁਣ ਅਸੀਂ ਦੇਖਦੇ ਹਾਂ ਇਹਨਾਂ ਦਿਨਾਂ ਦੀ ਇੱਕ ਘਟਨਾ ਨੂੰ ਕਿ ਵਿਸਾਖਾਪਟਨਮ, ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਜ਼ਿਲ੍ਹੇ ਦੇ ਵਿੱਚ ਇੱਕ ਆਸ਼ਰਮ ਦੇ ਮਹੰਤ ਨੂੰ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਹੰਤ ਕੁੜੀਆਂ ਨੂੰ ਰਾਤ ਸਮੇਂ ਆਪਣੇ ਪੈਰ ਕਟਵਾਉਣ ਦੇ ਬਹਾਨੇ ਬੁਲਾਉਂਦਾ ਸੀ ਤੇ ਉਹਨਾਂ ਦੇ ਨਾਲ ਫਿਰ ਬਦਸਲੂਕੀਆਂ ਕਰਦਾ ਸੀਗਾ। 1955 ਵਿੱਚ ਸਥਾਪਿਤ ਕੀਤੇ ਇਸ ਆਸ਼ਰਮ ਦਾ ਜਿਹੜਾ ਨਾਂ ਆ ਇੱਕ ਪ੍ਰਮੁੱਖ ਸੰਤ ਦੇ ਨਾਂ ਦੇ ਉੱਤੇ ਰੱਖਿਆ ਗਿਆ ਤੇ ਇਸ ਮਹੰਤ ਵਿਰੁੱਧ 2012 ਵਿੱਚ ਵੀ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਮਹੰਤ ਆਪਣੇ ਆਪ ਨੂੰ ਕਾਫੀ ਪੜ੍ਹਿਆ ਲਿਖਿਆ ਦੱਸਦਾ ਆ। ਪਿਛਲੇ ਸਾਲ ਕਰਨਾਟਕ ਦੇ ਇੱਕ ਮਹੰਤ ਵਿਰੁੱਧ ਵੀ ਅਜਿਹੇ ਦੋਸ਼ ਲੱਗੇ ਸਨ ਔਰ ਬਹੁਤ ਥਾਵਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਇਹ ਲੋਕ ਨੇ। ਹੁਣ ਗੱਲ ਉਹਨਾਂ ਆਸ਼ਰਮਾਂ ਦੀ ਨਹੀਂ, ਉਹ ਡੇਰੇਦਾਰਾਂ ਦਾ ਵੀ ਇਹੀ ਹਾਲ ਆ ਔਰ ਬਹੁਤ ਸਾਰੀਆਂ ਜਿਹੜੀਆਂ ਸੰਪਰਦਾਵਾਂ ਪੰਜਾਬ ਦੇ ਵਿੱਚ ਵੀ ਆ, ਉਹ ਵੀ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਗੰਦ ਘੁਲਿਆ। ਜਿਵੇਂ ਕਿ ਅਸੀਂ ਦੇਖਿਆ ਆ ਕਿ ਜਿਸ ਤਰੀਕੇ ਇੱਕ ਲੁਧਿਆਣੇ ਵਾਲਾ ਮਾਮਲਾ, ਸ਼ਾਇਦ ਤੁਹਾਨੂੰ ਧਨਵੰਤ ਸਿੰਘ ਦਾ ਯਾਦ ਆਵੇ, ਤਾਂ ਧਨਵੰਤ ਸਿੰਘ ਨੂੰ ਜਿਹੜਾ ਸੀ ਅਕਾਲ ਤਖਤ ਤੋਂ ਮਾਫ ਕੀਤਾ ਗਿਆ ਸੀ ਜਦੋਂ ਕਿ ਉਹ ਸਾਧ ਨੇ ਇੱਕ
ਬੱਚੀ ਦੇ ਨਾਲ ਉਹ ਹਰਕਤ ਕੀਤੀ ਕਿ ਉਹਦੇ ਮਾਪੇ ਵਿਸ਼ਵਾਸ ਕਰਕੇ ਉਹਦੇ ਕੋਲੇ ਇਸ ਕਰਕੇ ਛੱਡ ਗਏ ਸਨ ਕਿ ਬੱਚੀ ਜਿਹੜੀ ਸੀਗੀ ਉਹ ਪੜ੍ਹਾਈ ਦੇ ਮਾਮਲੇ ਵਿੱਚ ਕਿਤੇ ਹੋਰ ਜਾਣਾ ਚਾਹੁੰਦੀ ਸੀ, ਤਾਂ ਉਹਦੇ ਮਾਪੇ ਵਿਸ਼ਵਾਸ ਕਰਕੇ ਛੱਡ ਗਏ। ਪਰ ਉਸ ਬੱਚੀ ਦੇ ਨਾਲ ਜੋ ਬੀਤਿਆ, ਫਿਰ ਉਹ ਕਈ ਸਾਲ ਜਿਹੜਾ ਸੀਗਾ ਮਾਮਲਾ ਚੱਲਦਾ ਰਿਹਾ, ਅਕਾਲ ਤਖਤ ਸਾਹਿਬ ਤੱਕ ਪਹੁੰਚਿਆ, ਅਦਾਲਤਾਂ ਤੱਕ ਪਹੁੰਚਿਆ। ਪਹਿਲਾਂ ਉਹ ਪਰਿਵਾਰ ਡਰਦਾ ਰਿਹਾ, ਤੇ ਮੁੜ ਕੇ ਉਹ ਸਾਹਮਣੇ ਆ ਗਈਆਂ ਉਹ ਕਰਤੂਤਾਂ ਸਾਧ ਦੀਆਂ। ਔਰ ਇਹ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਲੋਕ ਸੀ ਜਿਹੜੇ ਧਰਮ ਦੀ ਆੜ ਦੇ ਵਿੱਚ ਉਹਨੂੰ ਮਾफ़ ਵੀ ਕਰੀ ਗਏ, ਵੱਡੇ ਅਹੁਦਿਆਂ ਉੱਤੇ ਬੈਠੇ ਵੀ ਪੈਸੇ ਲੈ ਕੇ ਮਾफ़ ਕਰੀ ਗਏ ਆ। ਔਰ ਇਹ ਸਿੱਖੀ ਦੇ ਵਿੱਚ ਵੀ ਇਹੋ ਜਿਹੇ ਪਾਪੀ ਬੈਠੇ ਆ ਜਿਹੜੇ ਧਰਮ ਦੀ ਆੜ ਦੇ ਵਿੱਚ ਡੇਰੇ ਬਣਾਈ ਬੈਠੇ ਆ, ਡੇਰਿਆਂ ਦੇ ਉੱਤੇ ਕਰਤੂਤਾਂ ਆਹ ਘੋਲਦੇ ਆ, ਭੌਰੇ ਪੱਟ ਕੇ ਬੈਠੇ ਹੋਏ ਆ। ਕਈ ਪਿੰਡਾਂ ਥਾਵਾਂ ਦੇ ਵਿੱਚ ਭੌਰੇ ਪੱਟੇ ਹੋਏ ਆ ਸਾਧਾਂ ਨੇ, ਤੇ ਉਹ ਸਾਧ ਜਿਹੜੇ ਆ ਤਪ ਦੇ ਨਾਂ 'ਤੇ, ਤਪੱਸਿਆ ਦੇ ਨਾਂ ਦੇ ਉੱਤੇ ਬੀਬੀਆਂ ਜਦੋਂ ਸੇਵਾ ਕਰਨ ਜਾਂਦੀਆਂ ਹੈ ਤੇ ਉੱਥੇ ਉਹਨਾਂ ਨੇ ਕੀ ਗੰਦ ਘੋਲਿਆ, ਕਈ ਵਿਚਾਰੀਆਂ ਡਰਦੀਆਂ ਬੋਲਦੀਆਂ ਹੀ ਨਹੀਂ ਆ। ਇਹੋ ਜਿਹੀ ਮਾੜੀ ਸਥਿਤੀ ਆ ਪੰਜਾਬ ਦੇ ਵਿੱਚ। ਇਹਨਾਂ ਡੇਰਿਆਂ ਵਾਲਿਆਂ ਦੇ ਖਿਲਾਫ ਜਾਂ ਇਹਨਾਂ ਸਾਧੜਿਆਂ ਦੇ ਖਿਲਾਫ ਪੰਜਾਬ ਦੇ ਲੋਕ ਜਾਂ ਕੋਈ ਪੱਤਰਕਾਰ ਸਾਡੇ ਵਰਗਾ ਜਾਂ ਕੋਈ ਹੋਰ ਅਗਰ ਗੱਲ ਚੁੱਕਣੀ ਚਾਹੁੰਦਾ ਆ ਤਾਂ ਹੋ ਸਕਦਾ ਹੈ ਕਿ ਇਹ ਚਾਰੇ ਚੱਕ ਕੇ ਆ ਜਾਣ ਤੇ ਅਗਲੇ ਨੂੰ ਮਰਨ ਮਰਾਉਣ ਤੱਕ ਚਲੇ ਜਾਣ। ਇਸ ਕਰਕੇ ਬਹੁਤੇ ਲੋਕ ਜਿਹੜੇ ਆ, ਬਹੁਤੀ ਪੱਤਰਕਾਰ ਭਾਈਚਾਰਾ ਵੀ ਇਹਨਾਂ ਗੱਲਾਂ ਨੂੰ ਦੱਬ ਲੈਂਦਾ ਆ, ਇਸ ਦੇ ਉੱਤੇ ਗੱਲ ਹੀ ਨਹੀਂ ਕਰਨੀ ਚਾਹੁੰਦਾ ਗਾ। ਹੁਣ ਗੱਲ ਇੱਥੇ ਪੰਜਾਬ ਹੀ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਬਹੁਤੇ ਡੇਰੇ ਇਹੋ ਜਿਹੇ ਆ ਜਿੱਥੇ ਸਾਧੂ ਸੰਤ ਸੰਨਿਆਸੀ ਬਹੁਤ ਸਾਰੇ ਲੋਕ ਇੱਦਾਂ ਦੇ ਰਹਿੰਦੇ ਆ ਜਿਨ੍ਹਾਂ 'ਤੇ ਲੋਕ ਬੜਾ ਵਿਸ਼ਵਾਸ ਕਰਦੇ ਕਿ ਇਹ ਬਹੁਤ ਚੰਗੇ ਬਾਬਾ ਜੀ ਆ, ਬਹੁਤ ਚੰਗੇ ਸੰਤ ਜੀ ਆ, ਬਹੁਤ ਚੰਗੇ ਮਹੰਤ ਜੀ ਆ। ਪਰ ਮਹੰਤ ਹੈ ਤਾਂ ਬੰਦਾ ਹੀ ਨਾ, ਮਹੰਤ ਕਿੰਨਾ ਕੁ ਜਾਬਤਾ ਇਹੋ ਜਿਹੇ ਲੋਕ ਰੱਖਣ। ਇਹ ਤਾਂ ਫਿਰ ਉਹੀ ਆ ਕਿ ਜੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਸਤ ਧਰਮ ਦੀ ਪਾਲਣਾ ਕਰਨ ਵਾਸਤੇ ਅਗਰ ਸਿੱਖਾਂ ਨੂੰ ਕਿਹਾ ਸੀਗਾ ਤੇ ਉਹਦੇ ਪਿੱਛੇ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ। ਜਿੰਨੇ ਉਹ ਸਾਇੰਸਦਾਨ ਸੀ, ਜਿੰਨੇ ਉਹ ਵਿਗਿਆਨੀ ਸੀਗੇ, ਜਿੰਨੇ ਉਹ ਇੱਕ ਮਹਾਂਪੁਰਖ ਸੀਗੇ, ਜਿੰਨੇ ਉਹ ਅਕਾਲ ਰੂਪ ਸੀਗੇ, ਉਹਨਾਂ ਨੂੰ ਸਾਰੀ ਚੀਜ਼ਾਂ ਦਾ ਪ੍ਰਤੱਖ ਗਿਆਨ ਸੀਗਾ। ਇਸ ਕਰਕੇ ਹੀ ਸਿੱਖ ਨੂੰ ਉਹਨਾਂ ਨੇ ਇਹ ਗੱਲ ਸਹੀ ਰੂਪ ਦੇ ਵਿੱਚ ਲਾਗੂ ਕੀਤੀ ਸੀ ਕਿ ਸਿੱਖ ਦਾ ਗ੍ਰਸਤੀ ਹੋਣਾ ਵੀ ਜ਼ਰੂਰੀ ਆ। ਗ੍ਰਸਤ ਵਿੱਚ ਆ ਕੇ ਨਾਲ ਨਾਲ ਜਿਹੜੇ ਦੁਨੀਆ ਦੇ ਕਾਰਜ ਆ ਉਹ ਵੀ ਕਰੇ, ਤਾਂ ਕਿ ਇਸ ਤਰੀਕੇ ਨਾਲ ਧਿਆਨ ਨਾ ਭਟਕੇ। ਪਰ ਇਹ ਸਾਧ ਤਾਂ ਹੁਣ ਆਸ਼ਰਮ ਸਾਧ ਨੂੰ ਹੀ ਵੇਖ ਲਓ, ਜਿਹੜਾ ਬੈਟਰੀਆਂ ਮਾਰ ਕੇ ਹੀ ਵੇਖਦਾ ਹੁੰਦਾ ਸੀ ਵੀ ਸਭ ਤੋਂ ਸੋਹਣੀ ਜਨਾਨੀ ਕਿਹੜੀ ਆ, ਕੁੜੀ ਕਿਹੜੀ ਆ। ਫਿਰ ਉਸੇ ਨੂੰ ਆਸ਼ਰਮ ਵਿੱਚ ਬੁਲਾ ਕੇ ਉਹਦੇ ਨਾਲ ਜੋ ਉਹਨੇ ਕਰਤੂਤਾਂ ਕੀਤੀਆਂ, ਅੱਜ ਉਸੇ ਕਰਕੇ ਜੇਲ੍ਹ 'ਚ ਬੈਠਾ। ਇੱਥੇ ਜਿਹੜੀਆਂ ਸਾਧਵੀਆਂ ਨਾਲ ਸੌਦਾ ਸਾਧ ਰਾਮ ਰਹੀਮ ਨੇ ਕਰਤੂਤਾਂ ਘੋਲੀਆਂ, ਅੱਜ ਉਹ ਜੇਲ੍ਹ ਦੇ ਵਿੱਚ ਬੈਠਾ। ਔਰ ਕਈ ਜਿਹੜੇ ਆ ਸਚਿਤਾਨੰਦ ਵਰਗੇ ਕਈ ਸਾਧ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਨੇ ਵੀਡੀਓ ਸੀਡੀਆਂ ਤੱਕ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਆਸੇ ਪਾਸੇ ਜਿਹੜਾ ਸੀਗਾ ਵਾਇਰਲ ਹੋਈਆਂ ਸੀ, ਔਰ ਲੋਕਾਂ ਨੇ ਦੇਖਿਆ ਵੀ ਆਹ ਸਾਧ ਆ, ਆਹ ਕਰਤੂਤਾਂ ਇਹਨਾਂ ਨੇ ਕੀਤੀਆਂ। ਤਾਂ ਦੇਸ਼ ਦੇ ਕਈ ਸੂਬਿਆਂ 'ਤੇ ਆਸ਼ਰਮਾਂ ਦੇ ਅਜਿਹੇ ਭੇਖਧਾਰੀਆਂ ਦੁਆਰਾ ਕੁਕਰਮ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਕਿਸੇ ਵੇਲੇ ਬਹੁਤ ਮਸ਼ਹੂਰ ਰਿਹਾ ਸਾਧ ਆਸ਼ਰਮ ਰਾਜਸਥਾਨ ਵਿੱਚ, ਹੁਣ ਤੁਸੀਂ ਦੇਖ ਰਹੇ ਹੋ ਉਮਰ ਕੈਦ ਕੱਟ ਰਿਹਾ ਸੌਦਾ ਸਾਧ ਜਿਹੜਾ ਆ ਉਹ ਹਰਿਆਣੇ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਆ। ਆਪਣੇ ਆਪ ਨੂੰ ਧਾਰਮਿਕ ਹੋਣ ਵਾਲੇ ਇਹ ਸਾਧ ਕਾਫੀ ਤਾਕਤਵਰ ਹਨ। ਜਿੱਥੇ ਸੌਦਾ ਸਾਧ ਰਾਮ ਰਹੀਮ ਕਈ ਵਾਰੀ ਪਰੌਲ 'ਤੇ ਆ ਕੇ ਅਜੇ ਵੀ ਆਪਣਾ ਪ੍ਰਚਾਰ ਕਰਦਾ ਹੈ, ਉੱਥੇ ਆਸ਼ਰਮ ਦੇ ਹਮਾਇਤੀਆਂ ਉੱਤੇ ਇੱਕ ਪੀੜਤ ਜਿਸ ਦੀ ਸ਼ਿਕਾਇਤ 'ਤੇ ਉਸ ਨੂੰ ਕੈਦ ਹੋਈ ਸੀ, ਉਸ ਨੂੰ ਧਮਕਾਉਣ ਦੇ ਦੋਸ਼ ਲੱਗੇ ਆ। ਅਤੇ ਆਂਧਰਾ ਪ੍ਰਦੇਸ਼ ਵਿੱਚ ਹੋਈ ਘਟਨਾ ਇਹ ਦਰਸਾਉਂਦੀ ਹੈ ਕਿ ਕਈ ਪੱਖਾਂ ਤੋਂ ਸਾਡੇ ਸਮਾਜ ਜਿਹੜੇ ਨੇ ਬੁਰੀ ਤਰ੍ਹਾਂ ਪਛੜੇ ਹੋਏ ਨੇ। ਨਾਬਾਲਗ ਕੁੜੀਆਂ ਦਾ ਆਸ਼ਰਮਾਂ ਦੇ ਵਿੱਚ ਰਹਿਣਾ ਹੀ ਅਜਿਹਾ ਪੱਖ ਹੈ। ਅਸੀਂ ਜਾਂਦੇ ਹਾਂ, ਪਰਿਵਾਰ ਸਮੇਤ ਜਾਂਦੇ ਹਾਂ, ਟੱਬਰਾਂ ਦੇ ਟੱਬਰ ਜਿਹੜੇ ਨਾ ਉਹ ਜੁੜ ਜਾਂਦੇ ਆ। ਅਸੀਂ ਪੰਜਾਬ ਦੇ ਵੱਡੇ ਡੇਰਿਆਂ ਦੀ ਅਗਰ ਗੱਲ ਕੀਤੀ ਜਾਵੇ ਨਾ, ਤੇ ਲੋਕ ਟਰੈਕਟਰ ਟਰਾਲੀਆਂ ਭਰ ਕੇ ਆ ਸੌਦਾ ਸਾਧ ਵਾਲੇ ਡੇਰੇ ਵੀ ਜਾਂਦੇ ਸੀਗੇ, ਤੇ ਇਸੇ ਤਰ੍ਹਾਂ ਦੇ ਉੱਤੇ ਬਣੇ ਹੋਏ ਹੋਰ ਡੇਰੇ ਜਿਹੜੇ ਨੇ ਉਹਨਾਂ ਮੰਨੀ ਵੀ ਟਰੈਕਟਰ ਟਰਾਲੀਆਂ, ਬੱਸਾਂ, ਕਾਰਾਂ, ਗੱਡੀਆਂ ਜੀ, ਉੱਥੇ ਭੰਡਾਰੇ ਆ ਜੀ, ਉੱਥੇ ਆ ਉੱਥੇ ਆ, ਇੱਦਾਂ ਜਾਂਦੇ ਆ। ਪਰ ਹੁਣ ਗੱਲ ਇਹ ਹੈ ਕਿ ਇਹ ਸਾਡੇ ਅੰਧ ਵਿਸ਼ਵਾਸ ਆ ਕਿ ਬਸ ਜੀ ਬਾਬਾ ਜੀ ਦੇ ਦਰਸ਼ਨ ਹੋ ਜਾਣ, ਅਸੀਂ ਤਾਂ ਧੰਨ ਹੋ ਜਾਵਾਂਗੇ, ਬਾਬਾ ਜੀ ਦੀ ਮਿਹਰ ਭਰੀ ਨਿਗਾਹ ਜਿਹੜੀ ਉਹ ਪੈ ਜੇ। ਜਿਹਦੇ ਆਚਰਣ ਹੀ ਨਹੀਂ ਸੁਧਾਰਿਆ, ਆਦਤਾਂ ਹੀ ਨਹੀਂ ਸੁਧਾਰੀਆਂ, ਮਨ ਦੇ ਵਿੱਚ ਖੋਟ ਹੈ, ਦਿਮਾਗਾਂ ਵਿੱਚ ਕੂੜ ਭਰਿਆ ਹੋਇਆ, ਤੇ ਕਿਵੇਂ ਇਹ ਸਾਧ ਸਾਧਣਿਆਂ ਦੀ ਨਿਗਾਹ ਪੈਣ ਨਾਲ ਤੁਸੀਂ ਕਿਵੇਂ ਸੁਧਰ ਜਾਓਗੇ? ਤੇ ਦੱਸਣਾ ਕਿੱਥੋਂ ਇਹਨਾਂ ਨੇ, ਦੱਸਣਾ ਕਿੱਥੋਂ ਆ? ਉਹੀ ਕੁਛ ਜਿਹੜਾ ਇੱਧਰੋਂ ਉੱਧਰ ਆਪ ਬਣਾਇਆ, ਆਪ ਤਰਜ 'ਤੇ ਬਣਾਇਆ। ਉਹ ਜਿਵੇਂ ਭੰਡਿਆਰਾਂ ਵਾਲਾ ਸਾਧ ਸੀਗਾ, ਉਹਦੀ ਵੀ ਕਰਤੂਤ ਇਹ ਸੀ, ਉਹਨੇ ਵੀ ਭਵ ਸਾਗਰ ਵਰਗਾ ਗ੍ਰੰਥ ਲਿਖਿਆ ਸੀਗਾ,
ਤੇ ਚੱਕ ਕੇ ਇਧਰੋਂ ਉਧਰੋਂ ਬਾਣੀ ਵੀ ਜਿਹੜੀ ਚੋਰੀ ਕਰਕੇ ਉਹਨੂੰ ਆਪਣੀ ਤਰਜ਼ ਦੇ ਉੱਤੇ ਬੋਲ ਕੇ ਦੱਸ ਕੇ ਚਲੋ ਜੀ ਬਾਬਿਆਂ ਤੋਂ ਇਹ ਲੋਕ ਖੁਸ਼ ਹੋ ਜਾਂਦੇ ਆ। ਕਈ ਸਾਧ ਜਿਹੜੇ ਪੰਡਿਤ ਜੋਤਸ਼ੀ ਉਹ ਇਹੋ ਜਿਹਾ ਕੁਛ ਕਰਾਈ ਜਾਂਦੇ ਆ, ਉੱਥੇ ਭੀੜਾਂ ਘੱਤ ਕੇ ਲੋਕ ਤੁਰੇ ਜਾਂਦੇ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਲੋਕ ਇਹੋ ਜਿਹੇ ਛਾਏ ਹੋਏ ਆ, ਨਵੇਂ ਸਾਧ, ਨਵੀਆਂ ਮਤਾਵਾਂ, ਨਵੇਂ ਸਾਧੂ, ਨਵੇਂ ਸੰਤ, ਨਵੇਂ ਮੁਨੀ, ਪਤਾ ਨਹੀਂ ਕਿੰਨਾ ਹੀ ਕੁਛ ਆਇਆ ਬੈਠਾ ਹੈਗਾ। ਔਰ ਹਰੇਕ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਜਿਹੜੇ ਲੋਕ ਆ ਪਰਖ ਕਰਨ ਵਾਲੇ, ਉਹ ਕਹਿਣਗੇ ਜੀ ਲਓ ਜੀ ਇੱਕ ਹੋਰ ਪ੍ਰੋਡਕਟ ਆ ਗਿਆ ਨਵਾਂ ਇਸ ਸਾਧ ਦੇ ਰੂਪ ਵਿੱਚ, ਇਸ ਸਾਧਨੀ ਦੇ ਰੂਪ ਵਿੱਚ। ਮਤਲਬ ਇਹ ਕੁਛ ਹੋ ਰਿਹਾ। ਔਰ ਲੋਕ ਉੱਥੇ ਪੁੱਛੋ ਹੀ ਨਾ, ਇੰਨੇ ਕੁ ਹੱਥ ਬੰਨ੍ਹ ਕੇ ਖੜੇ ਹੁੰਦੇ ਆ, ਇੰਨੀ ਕੁ ਅੰਨੀ ਸ਼ਰਧਾ 'ਚ ਜਿਹੜੇ ਆ ਲਬਟੋਰ ਹੋਏ ਹੁੰਦੇ ਆ ਵੀ ਬੰਦਾ ਸੋਚ ਕੇ ਹੈਰਾਨ ਰਹਿ ਜਾਂਦਾ ਵੀ ਇਹ ਕਿੱਧਰ ਨੂੰ ਤੁਰੇ ਜਾਂਦੇ। ਸਾਡਾ ਮੁਲਕ ਇੱਕ ਅਜਿਹਾ ਆ, ਦੁਨੀਆ ਵਿਗਿਆਨਕ ਪੱਖਾਂ ਤੋਂ ਤਰੱਕੀ ਕਰਕੇ ਕਿਤੇ ਪਹੁੰਚ ਗਈ ਔਰ ਸਾਡੇ ਜਿਹੜੇ ਮੁਲਕ ਹੈਗੇ ਆ ਉਹ ਨਿਘਾਰ ਬੰਨੀ ਜਾ ਰਹੇ ਆ, ਪਿਛੋਕੜ ਬੰਨੀ ਜਾ ਰਹੇ ਆ। ਔਰ ਗੱਲ ਇਹ ਆ ਤੇ ਫਿਰ ਇਹੋ ਜਿਹੇ ਸਾਧਾਂ ਦੇ ਜਿਹੜੇ ਆਸ਼ਰਮਾਂ ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਗਏ। ਕਰੋੜਾਂ ਦੀਆਂ ਜਾਇਦਾਦਾਂ ਇਹਨਾਂ ਦੀਆਂ ਬਣੀਆਂ ਪਈਆਂ ਆ। ਲੋਕ ਇਹਨਾਂ ਭੇਖੀਆਂ ਨੂੰ ਇੰਨਾ ਪੈਸਾ ਚੜਾਉਂਦੇ ਆ ਕਿ ਉਹਨਾਂ ਦੇ ਕਹਿਣ ਦੇ ਉੱਤੇ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ। ਇੱਕ ਤਰ੍ਹਾਂ ਜਿਵੇਂ ਉਹ ਹਿਪਨੋਟਿਜ਼ਮ ਕਰ ਦਿੰਦੇ ਆ ਸਾਧ, ਇੱਦਾਂ ਹੀ ਇਹਨਾਂ ਲੋਕਾਂ ਨੂੰ ਹੁੰਦਾ ਵੀ ਹਾਂ ਬਾਬਾ ਜੀ ਨੇ ਕਹਿ ਤਾ ਜੀ ਮੰਨ ਲਓ, ਬਾਬਾ ਜੀ ਬਹੁਤ ਵਧੀਆ, ਬਾਬਾ ਜੀ ਤਾਂ ਤਾਰਨਹਾਰ ਆ, ਬਾਬਾ ਜੀ ਤਾਂ ਕਰਨੀ ਵਾਲੇ ਆ, ਬਾਬਾ ਜੀ ਦਾ ਕਿਹਾ ਪੂਰਾ ਹੋ ਜਾਂਦਾ ਆ। ਆਹੀ ਕੁਛ ਹੈ। ਇਹ ਮੇਰੇ ਨਾਲ ਨਹੀਂ, ਇਹ ਤੁਹਾਡੇ ਨਾਲ ਵੀ ਬਹੁਤਿਆਂ ਨਾਲ ਬੀਤਿਆ, ਤੁਹਾਡੇ ਮਾਪਿਆਂ ਨਾਲ, ਤੁਹਾਡੇ ਰਿਸ਼ਤੇਦਾਰਾਂ ਨਾਲ, ਤੁਹਾਡੇ ਆਂਢ ਗੁਆਂਢ ਦੇ ਵਿੱਚ ਤੁਸੀਂ ਬਹੁਤ ਕੁਛ ਇਹੋ ਜਿਹਾ ਵੇਖਿਆ ਹੋਣਾ। ਬਹੁਤੇ ਤੁਹਾਡੇ 'ਚੋਂ ਵੀ ਬਹੁਤੇ ਡੇਰਿਆਂ ਨਾਲ ਜੁੜੇ ਹੋਣੇ ਆ, ਸਾਧਾਂ ਦੇ ਕੋਲੇ ਜਾਂਦੇ ਹੋਣੇ ਆ, ਪਰ ਨਿੱਜੀ ਰੂਪ 'ਚ ਇਹਨਾਂ ਸਾਧਾਂ ਕੋਲੇ ਕਿਤੇ ਟਿਕ ਕੇ ਜਿਹੜਾ ਹੈਗਾ ਤੁਸੀਂ ਬਹਿ ਕੇ ਵੇਖੋ। ਹੋਰ ਪਰ ਤੁਹਾਨੂੰ ਉੱਥੇ ਰਹਿ ਕੇ ਜਿਹੜੀਆਂ ਕਰਤੂਤਾਂ ਪਤਾ ਲੱਗਦੀਆਂ ਉਦੋਂ ਜਾਣਦੇ ਆ ਵੀ ਇਹ ਹੋ ਕੀ ਰਿਹਾ। ਇੱਧਰ ਮਾਲਵੇ ਬੰਨੀ ਫਰੀਦਕੋਟ ਜ਼ਿਲ੍ਹੇ ਦੇ ਲਾਗੇ ਦਾ ਇੱਕ ਸਾਧ ਜਿਹੜਾ ਕਿ ਸਿੰਘ ਸ਼ਹੀਦ ਆਉਣ ਦਾ ਦਾਅਵਾ ਕਰਦਾ ਸੀ ਆਪਦੇ ਆਪ ਵਿੱਚ, ਤੇ ਉਸ ਬੰਦੇ ਨੇ ਲੋਕਾਂ ਨੂੰ ਇੰਨਾ ਕੁ ਭਰਮਾਇਆ ਵੀ ਨੌਕਰੀਆਂ ਦੇ ਨਾਂ 'ਤੇ ਫਲ ਪੈਣਗੇ ਜੀ, ਬਿਮਾਰੀਆਂ ਦੇ ਨਾਂ 'ਤੇ ਫਲ ਪੈਣਗੇ, ਜ਼ਮੀਨਾਂ ਦੇ ਝਗੜੇ ਵਾਲਿਆਂ ਨੂੰ ਫਲ ਪੈਣਗੇ, ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਨੂੰ ਫਲ ਪੈਣਗੇ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਫਲ ਪੈਣਗੇ। ਤਾਂ ਫਿਰ ਉਸ ਸਾਧ ਨੇ ਉਹ ਪਖੰਡ ਡੰਬਰ ਰਚਿਆ ਵੀ ਜਿਹਨੂੰ ਤੁਸੀਂ ਅੱਜ ਸੁਣ ਕੇ ਜਾਂ ਤਾਂ ਹੱਸੋਗੇ ਤੇ ਜਾਂ ਫਿਰ ਉਹ ਸੋਚ ਕੇ ਵੀ ਇਹੋ ਜਿਹੇ ਸਾਧ ਨੂੰ ਜੁੱਤੀਆਂ ਕਿਉਂ ਨਾ ਮਾਰੀਆਂ, ਇੱਥੋਂ ਤੱਕ ਜਾਓਗੇ। ਉਹ ਸਾਧ ਨੇ ਗੁਰੂ ਘਰ ਦੇ ਵਿੱਚ ਬਹਿ ਕੇ ਹੀ ਆਪਣਾ ਇੱਕ ਵੱਖਰਾ ਕਮਰਾ ਡੇਰੇ ਦਾ ਬਣਾਇਆ ਹੋਇਆ ਸੀਗਾ, ਤੇ ਉਹ ਸਾਧ ਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ, ਇੰਨੇ ਕੁ ਅਨਾਜ ਇਕੱਠਾ ਕਰ ਲਿਆ ਕਿ ਉਹਨਾਂ ਨੂੰ ਖੁਦ ਮੰਡੀਆਂ 'ਚ ਉਹ ਵੇਚ ਕੇ ਆਉਂਦਾ ਰਿਹਾ ਆ। ਤੇ ਉੱਥੇ ਇੰਨਾ ਕੁ ਚੜਾਵਾ ਚੜਿਆ ਵੀ ਅੱਜ ਇੱਕ ਆਲੀਸ਼ਾਨ ਗੁਰੂ ਘਰ ਬਣਿਆ ਹੋਇਆ, ਤੇ ਸਾਧ ਦਾ ਟੱਬਰ ਗਾਂ ਉਹਦੇ ਪੁੱਤ ਪੋਤਰੇ ਉਸੇ ਦੇ ਆਸਰੇ ਪਲੇ ਆ। ਸਾਧ ਅੱਜ ਵੀ ਆ, ਅੱਜ ਵੀ ਉਹ ਅਖੌਤੀ ਬੂਬਣਾ ਜਿਹੜਾ ਆ ਉਹ ਆਪਣੇ ਕੰਮ ਕਾਰ ਕਰੀ ਜਾਂਦਾ ਆ। ਪਰ ਕੀ ਆਖੀਏ, ਸਾਡੇ ਲੋਕ ਅੰਨੇ ਆ। ਦੱਸੋ ਕਿ ਜੇ ਇਸ ਤਰੀਕੇ ਨਾਲ ਫਲ ਪੈਣ ਨਾਲ ਜੇ ਅਸੀਂ 10 ਲੋਕ ਜਿਹੜੇ ਸਾਡੇ ਸਾਹਮਣੇ ਆ ਕੇ ਬਹਿ ਜਾਣ ਤੇ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਸਾਧ ਬਣ ਕੇ ਉਹਨਾਂ ਨੂੰ ਇਹ ਗੱਲ ਕੋਈ ਵੀ ਦੱਸੇ ਵੀ ਆਹ ਹੋ ਜਾਊਗਾ, ਵੀ ਜਾਂ ਫਲਾਨਾ ਤੇਰੇ ਪੁੱਤ ਹੋ ਜਾਊਗਾ, ਜਾਂ ਤੇਰੀ ਨੌਕਰੀ ਲੱਗ ਜੂ, ਜਾਂ ਫਿਰ ਤੁਹਾਡਾ ਆਹ ਫਲਾਨਾ ਕੰਮ ਸਵਰ ਜੂਗਾ, ਜ਼ਾਹਿਰ ਹੈ ਕਿ 10 ਦੇ ਵਿੱਚੋਂ ਕਿਸੇ 1 2 3 ਦਾ ਤਾਂ ਕੰਮ ਹੋਊਗਾ ਨਾ। ਤੇ ਉਹ 3 ਹੀ ਜਿਹੜੇ ਆ ਉਹੀ ਤੁਹਾਡੀ ਝੰਡੀ ਕਰਨਗੇ ਵੀ ਬਾਬਾ ਜੀ ਦੇ ਕੋਲੇ ਆਏ ਸੀ ਜੀ, ਬਹੁਤ ਵਧੀਆ ਹੋ ਗਿਆ, ਹੋ ਹੀ ਇੱਦਾਂ ਰਿਹਾ ਹੈਗਾ। ਹੋਰ ਇਹਨਾਂ ਦੇ ਕੋਲੇ ਕੋਈ ਦੂਰਦਰਸ਼ੀ ਨਹੀਂ ਹੈਗੇ ਬਾਬੇ। ਕੀ ਇਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਦਸ਼ਮੇਸ਼ ਪਿਤਾ ਤੋਂ ਜ਼ਿਆਦਾ ਵੱਡੇ ਆ? ਜ਼ਿਆਦਾ ਇਹਨਾਂ ਨੂੰ ਪਤਾ ਇਹਨਾਂ ਗੱਲਾਂ ਬਾਰੇ। ਇਹਨਾਂ ਚੀਜ਼ਾਂ ਦਾ ਜਿਹੜਾ ਗੌਰ ਆ ਉਹ ਕਰਨਾ ਪਊਗਾ। ਲੋਕਾਂ ਦੇ ਵਿੱਚ ਜਾਗਰੂਕਤਾ ਹੈ ਨਹੀਂ, ਅੰਧ ਵਿਸ਼ਵਾਸ ਇੰਨੇ ਆ ਨਾ। ਭਾਈ ਸੰਤਾਂ ਦੇ ਬਾਰੇ ਮਾੜਾ ਨਹੀਂ ਕਹੀਦਾ ਹੁੰਦਾ ਗਾ, ਸੰਤਾਂ ਨੂੰ ਜਿਹੜਾ ਆ ਬੋਲਣ ਵਾਲਾ ਆ ਉਹਨੂੰ ਕੀੜੇ ਪੈਂਦੇ ਆ ਜੀ, ਉਹ ਇੱਦਾਂ ਕਰਕੇ ਦੁਸ਼ਟਾ ਹੁੰਦਾ ਹੈ ਜੀ, ਉਹ ਨਰਕਾਂ ਨੂੰ ਜਾਂਦਾ ਜੀ। ਯਾਨੀ ਇੱਦਾਂ ਜਿਹੜੀਆਂ ਸਾਡੀਆਂ ਮਾਵਾਂ ਬੀਬੀਆਂ ਜਿਹੜੀਆਂ ਤੇ ਜਾਂ ਅੰਧ ਵਿਸ਼ਵਾਸੀ ਬੁੱਢੀਆਂ ਸੀ ਨਾ, ਉਹਨਾਂ ਨੇ ਬਹੁਤ ਸਾਰਾ ਕੁਛ ਇੱਦਾਂ ਦਾ ਕੀਤਾ। ਹਾਲਾਂਕਿ ਮੈਂ ਜੋ ਗੱਲਾਂ ਕਰ ਰਿਹਾ ਤੁਹਾਨੂੰ ਕਈਆਂ ਨੂੰ ਕੌੜੀਆਂ ਲੱਗਣਗੀਆਂ ਕਿ ਗੱਲ ਹੈ ਕਿ ਉਸ ਅੰਧ ਵਿਸ਼ਵਾਸ ਦੇ ਵਿੱਚ ਪਰੁੱਝੇ ਹੋਏ ਸਾਡੇ ਪੰਜਾਬ ਦੇ ਲੋਕ ਇੱਥੋਂ ਤੱਕ ਆ ਖੜੇ ਹੋਏ ਆ ਕਿ ਸਾਨੂੰ ਇਹਨਾਂ ਅੰਧ ਵਿਸ਼ਵਾਸਾਂ ਦੇ ਵਿਰੁੱਧ ਲੜਾਈ ਕਰਨੀ ਪਊਗੀ। ਸਾਡੇ ਹੱਥਾਂ ਦੇ ਵਿੱਚੋਂ ਹਜੇ ਤੱਕ ਮੌਲੀਆਂ ਧਾਗੇ ਨਹੀਂ ਨਿਬੜੇ ਗਏ, ਗਲਾਂ ਦੇ ਵਿੱਚੋਂ ਹਜੇ ਤਵੀਤ ਧਾਗੇ ਨਹੀਂ ਅਸੀਂ ਨਿਬੜੇ। ਕਿਤੇ ਜਲ ਕਰਾਉਣ ਜਾਂਦੇ ਹਾਂ ਅਸੀਂ ਬਾਬਿਆਂ ਕੋਲੋਂ, ਕਿਤੋਂ ਗਾਵਾਂ ਮੱਝਾਂ ਜੇ ਦੁੱਧੋਂ ਭੱਜ ਜਾਂਦੀਆਂ ਤਾਂ ਉਹਨਾਂ ਨੂੰ ਪੇੜਾ ਕਰਾਉਣ ਵੀ ਪਿੰਡ ਦੇ ਭਾਈ ਜੀ ਕੋਲ ਕਿ ਤੁਰਿਆ ਜਾਂਦਾ, ਜਾਂ ਕਿ ਪਿੰਡ 'ਚ ਫਲਾਨਾ ਪੀਰ ਦੀ ਸਮਾਧ ਕੋਈ ਉੱਥੇ ਤੁਰਿਆ ਜਾਂਦਾ ਆ, ਕੋਈ ਕੱਚੀਆਂ ਲੱਸੀਆਂ ਜਠੇਰਿਆਂ 'ਤੇ ਪਾਈ ਜਾਂਦਾ ਆ, ਕੋਈ ਮੜੀਆਂ ਪੂਜੀ ਜਾਂਦਾ, ਕੋਈ ਮਟੀਆਂ ਪੂਜੀ ਜਾਂਦਾ, ਕੋਈ ਕਬਰਾਂ ਪੂਜੀ ਜਾਂਦਾ ਆ। ਇਹ ਅੰਧ ਵਿਸ਼ਵਾਸ ਨਹੀਂ ਤਾਂ ਹੋਰ ਕੀ ਆ। ਗੱਲ ਉੱਥੇ ਸ਼ੇਖ ਫੱਤੇ ਖੀਰ ਚੜਾਉਣ ਜਾਂਦੇ ਆ ਮਾਝੇ ਦੇ ਵਿੱਚ ਲੋਕ, ਜਿਉਂ ਖੀਰ ਲੈ ਕੇ ਜਾਂਦੇ ਆ। ਉਹ ਗਰਮੀਆਂ ਦਿਨਾਂ ਵਿੱਚ ਵੀ ਮੱਝ ਸੂਈ ਆ ਨਾ ਜੀ, ਜਿੰਨਾ ਚਿਰ ਬਾਬੇ ਸ਼ੇਖ ਫੱਤੇ ਖੀਰ ਨਹੀਂ ਚੜ੍ਹਦੀ ਉਹਨਾਂ ਚਿਰ ਤਾਂ ਜੀ ਅਸੀਂ ਪਾਉਣਾ ਨਹੀਂ।
ਹਾਲਾਂਕਿ ਪੰਚਮ ਪਾਤਸ਼ਾਹ ਦੇ ਵੇਲੇ ਇਸ ਤਰੀਕੇ ਦੇ ਜਿਹੜੇ ਡੇਰੇ ਸੀਗੇ ਜਾਂ ਜੋ ਕੁਛ ਇਦਾਂ ਦਾ ਸੀਗਾ ਉਹ ਸਾਰਾ ਭਾਈ ਲੰਗਾਹ ਦੇ ਘਰ ਦੇ ਵਿੱਚ ਵੀ ਸੀਗਾ। ਕਦੇ ਇਤਿਹਾਸ ਪੜ੍ਹ ਕੇ ਵੇਖ ਲਓ, ਉਹ ਵੀ ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲਾ ਸੀ ਤੇ ਪੰਚਮ ਪਾਤਸ਼ਾਹ ਨੇ ਉਹਨਾਂ ਨੂੰ ਪਾਸੇ ਕੀਤਾ ਸੀ ਵੀ ਛੱਡੋ ਪਰੇ, ਅਕਾਲ ਪੁਰਖ ਵਾਹਿਗੁਰੂ ਏਕਾ, ਉਹਨਾਂ ਦੀ ਉਸਤਤ ਕਰੋ। ਪਰ ਇਸ ਦੇ ਬਾਵਜੂਦ ਵੀ ਮਾਝੇ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਲੋਕ ਇਹਨਾਂ ਪੀਰਾਂ ਨੂੰ ਪੂਜਦੇ ਹੈਗੇ ਆ ਔਰ ਕਿੰਨਾ ਕੁਛ ਹੋ ਰਿਹਾ। ਔਰ ਜੇ ਕੋਈ ਕੁਛ ਕਹਿੰਦਾ ਤੇ ਉੱਥੇ ਆਸਥਾ ਖੜੀ ਕਰਨ ਦੇ, ਇਹ ਕਾਹਦੀ ਆਸਥਾ ਹੋਈ ਜਿਹੜੀ ਤੁਹਾਨੂੰ ਅੰਧ ਵਿਸ਼ਵਾਸਾਂ 'ਚ ਪਾਉਂਦੀ ਹੈ। ਫਿਰ ਉੱਥੇ ਬੈਠੇ ਸਾਧ ਸਾਧੜੇ ਜਿਹੜੇ ਆ ਚਮਟੇ ਵਜਾ, ਢੋਲਕੀਆਂ ਵਜਾ, ਤੇ ਫਿਰ ਉੱਥੇ ਤੁਹਾਨੂੰ ਤਵੀਤ ਤਾਗਿਆਂ ਤੋਂ ਲੈ ਕੇ ਤੇ ਤੁਹਾਨੂੰ ਜਲ ਕਰਕੇ ਦਿੱਤੇ ਜਾਂਦੇ ਆ ਔਰ ਇਸ ਤੋਂ ਇਲਾਵਾ ਤੁਹਾਡੇ ਬੰਧਨ ਕਰਾਏ ਜਾਂਦੇ ਆ। ਫਿਰ ਤੁਹਾਨੂੰ ਚੌਂਕੀਆਂ ਲੈ ਕੇ ਕਦੇ ਕਿਸੇ ਦੁਆਰੇ, ਕਦੇ ਕਿਸੇ ਦੁਆਰੇ, ਕਦੇ ਕਿਸੇ ਦੁਆਰੇ ਇਹ ਲੋਕ ਚੜ੍ਹਦੇ ਆ। ਇਹਨਾਂ ਦਾ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ। ਵੇਂਦਿਆਂ ਵੇਂਦਿਆਂ ਇੱਕ ਹੋਰ ਘਟਨਾ ਯਾਦ ਆਈ ਕਿ ਇਸ ਤਰ੍ਹਾਂ ਹੀ ਇੱਕ ਪਰਿਵਾਰ ਸੀਗਾ ਜਿਨ੍ਹਾਂ ਦੇ ਘਰ ਚੌਂਕੀ ਲੱਗਣੀ ਸ਼ੁਰੂ ਹੋਈ। ਉਹਦੀ ਮਾਂ ਦੇ ਵਿੱਚ ਚੌਂਕੀ ਇਹੋ ਜਿਹੀ ਹੋਣੀ ਸ਼ੁਰੂ ਹੋਈ ਕਿ ਜਿਹੜਾ 2 ਕਮਰਿਆਂ ਦਾ ਘਰ ਸੀਗਾ, ਜਿਨ੍ਹਾਂ ਦੇ ਘਰੋਂ ਕਦੇ ਭੁੱਖ ਮਰੀ ਨਹੀਂ ਸੀ ਪਾਸੇ ਹਟੀ, ਅੱਜ ਉਹਨਾਂ ਕੋਲ ਵਧੀਆ ਗੱਡੀਆਂ ਆ ਤੇ ਵਧੀਆ ਮਹਿਲ ਵਰਗੀ ਉਹਨਾਂ ਨੇ ਕੋਠੀ ਪਾਲੀ। ਬਈ ਕਿੱਥੋਂ ਆਉਂਦੀ ਆ? ਜੇ ਸਾਡੇ ਲੋਕ ਇਹਨਾਂ ਅੰਧ ਵਿਸ਼ਵਾਸਾਂ ਵਿੱਚ ਨਾ ਫਸਣ, ਨਾ ਇਹਨਾਂ ਲੋਕਾਂ ਦੇ ਮਗਰ ਜਾਣ, ਤਾਂ ਮੇਰਾ ਖਿਆਲ ਆ ਕਿ ਬਹੁਤਾ ਜਿਹੜਾ ਪੈਸਾ ਵੀ ਬਰਬਾਦ ਹੋ ਜਾਵੇ ਤੇ ਜਿਹੜੀ ਸਾਡੀ ਮਾਨਸਿਕ ਤੌਰ ਦੇ ਉੱਤੇ ਅਸੀਂ ਬਿਮਾਰ ਹੋ ਜਾਂਦੇ ਇਹਨਾਂ ਕੋਲ ਲੈ ਕੇ, ਕਿਉਂਕਿ ਅਸੀਂ ਬੜੇ ਹੀ ਅੰਧ ਵਿਸ਼ਵਾਸ ਵਿੱਚ ਬੈਠੇ ਹਾਂ। ਇੱਥੋਂ ਤੱਕ ਕਿ ਅੰਧ ਵਿਸ਼ਵਾਸ ਤੇ ਤਰਕ ਦੀ ਜਿਹੜੀ ਇਹ ਲੜਾਈ ਆ ਇਹ ਚੱਲਦੀ ਰਹਿਣੀ ਆ। ਤਰਕ ਕਰਕੇ ਜਿਹੜਾ ਦਲੀਲ ਨਾਲ ਤੁਸੀਂ ਗੱਲ ਤਾਂ ਕਰੋ। ਔਰ ਹੁਣ ਜਿਹੜੀ ਕਿ ਇਸ ਸਮੇਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ, ਜੋ ਕੁਛ ਅੱਜ ਹੋ ਰਿਹਾ, ਉਹ ਦਿੱਕਤ ਵਾਲੀ ਗੱਲ ਇਹ ਹੈ ਕਿ ਹੁਣ ਸਾਨੂੰ ਇਹਨਾਂ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠਣਾ ਚਾਹੀਦਾ, ਪਰ ਅਸੀਂ ਉੱਪਰ ਨਹੀਂ ਉੱਠ ਰਹੇ, ਲਗਾਤਾਰ ਇਹਨਾਂ ਦੇ ਵਿੱਚ ਡੁੱਬਦੇ ਜਾ ਰਹੇ ਹਾਂ। ਔਰ ਸਾਨੂੰ ਇਸ ਯੁੱਗ ਵਿੱਚ ਆ ਕੇ ਵੀ ਜੇ ਅਸੀਂ ਇਹਨਾਂ ਸਾਧ ਸਾਧੜਿਆਂ ਦੇ ਡੇਰਿਆਂ 'ਤੇ ਜਾਣਾ ਆ, ਜੇ ਅਸੀਂ ਉੱਥੇ ਜਾ ਕੇ ਹੀ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਹੀ ਹੈ ਇਹ, ਜਾਂ ਇਹ ਪ੍ਰਮਾਤਮਾ ਦਾ ਰੂਪ ਉਹਨਾਂ ਨੂੰ ਤੁਸੀਂ ਕਹਿੰਦੇ ਆ, ਉਹ ਤਾਂ ਖੁਦ ਤੁਹਾਡੇ ਵਰਗੇ ਬੰਦੇ ਆ ਯਾਰ, ਤੁਹਾਡੇ ਵਾਂਗੂ ਹੀ ਉਹ ਬੈਠੇ ਆ। ਉਹਨਾਂ ਨੂੰ ਕਈਆਂ ਨੂੰ ਤਾਂ ਜਿਹੜੀ ਸੀਗੀ ਪਹਿਲੀ ਪੀੜ੍ਹੀ ਨੇ ਚੱਲੀ, ਉਹਨਾਂ ਨੇ ਸ਼ੁਰੂ ਕੀਤੀ, ਉਹ ਅਗਲੇ ਨੂੰ ਧੀਆਂ ਪੁੱਤਾਂ ਨੂੰ ਫੜਾਤੀ, ਗਾਂਹ ਫੜਾਤੀ। ਕਿੰਨੇ ਡੇਰੇ ਆ ਜਿਨ੍ਹਾਂ ਦੇ ਗਾਂਹ ਦੀ ਗਾਂਹ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਆਪਦਾ ਟੱਬਰ ਹੀ ਬੈਠਾ ਆ ਉੱਥੇ। ਤੁਸੀਂ ਦੱਸੋ, ਗੁਰੂ ਸਾਹਿਬਾਂ ਦੇ ਨਾਲ ਦਾ ਪਹਿਲੀ ਗੱਲ ਮੁਕਾਬਲਾ ਹੀ ਨਹੀਂ ਇਹਨਾਂ ਦਾ ਹੋ ਸਕਦਾ। ਗੁਰੂ ਸਾਹਿਬਾਂ ਦੀ ਜਿਹੜੀ ਅਸੀਂ ਬਾਣੀ ਦੇ ਉੱਤੇ ਆਸਥਾ ਰੱਖ ਕੇ ਚੱਲਦੇ ਹੁੰਦੇ ਤਾਂ ਸਾਨੂੰ ਡੇਰਿਆਂ 'ਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀਗੀ। ਪਰ ਨਹੀਂ, ਅਸੀਂ ਬਾਜ਼ ਨਹੀਂ ਆ ਰਹੇ, ਸਾਡਾ ਦੇਸ਼ ਬਾਜ਼ ਨਹੀਂ ਆ ਰਿਹਾ ਹੈਗਾ। ਦੁਨੀਆ ਦੇ ਕਿਸੇ ਮੁਲਕ ਵਿੱਚ ਇਸ ਤਰ੍ਹਾਂ ਦੇ ਸਾਧ ਨਹੀਂ ਬੈਠੇ, ਇਹੋ ਜਿਹੇ ਖੌਫਤੀ ਸੰਤ, ਇਹੋ ਜਿਹੇ ਲੋਕ ਨਹੀਂ ਬੈਠੇ। ਔਰ ਭੇਡਾਂ ਵਾਂਗੂ ਲੋਕ ਜਿਹੜੇ ਮਗਰ ਜਾ ਲੱਗੇ ਆ, ਉਹੋ ਜਿਹੇ ਲੋਕ ਵੀ ਨਹੀਂ ਉੱਧਰ ਹੈਗੇ ਕਿ ਬਈ ਤੁਰਪੋ ਉੱਥੇ ਤੇ ਜੋ ਕੁਛ ਉਹ ਟੂਣੇ ਟੋੜ ਕੇ ਦੱਸਦੇ ਪਏ ਆ ਉਹ ਕਰੀ ਚੱਲੋ। ਹਜੇ ਵੀ ਨਹਿਰਾਂ ਦੇ ਵਿੱਚ ਇੰਨੇ ਟੂਣੇ ਟੋੜ ਕੇ ਕਰਕੇ ਪਾਇਆ ਜਾਂਦਾ, ਹਰੇ ਵੀ ਚੌਂਕ ਚਰਾਏ ਭਰੇ ਪੈਂਦੇ ਆ। ਤਾਂ ਅਖੀਰ ਦੇ ਉੱਤੇ ਗੱਲ ਇਹ ਆ ਕਿ ਮੈਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਵਾਂ, ਅਸੀਂ ਸੁਧਰਾਂਗੇ ਕਦੋਂ? ਸਾਨੂੰ ਕਦੋਂ ਅਕਲ ਆਊਗੀ? ਅਸੀਂ ਅੰਧ ਵਿਸ਼ਵਾਸਾਂ ਦੇ ਖਿਲਾਫ ਉੱਠ ਖੜਨ ਦੀ ਬਜਾਏ ਸਗੋਂ ਅੰਧ ਵਿਸ਼ਵਾਸਾਂ ਨੂੰ ਜਿਹੜਾ ਹੈ ਉਹ ਵਾਧਾ ਕਰਦੇ ਹਾਂ। ਅਤੇ ਉੱਤੋਂ ਹੁਣ ਸੋਸ਼ਲ ਮੀਡੀਆ ਉੱਤੇ ਵੀ ਇਹੋ ਜਿਹੇ ਬਹੁਤ ਸਾਰੇ ਪ੍ਰਚਾਰਕ ਬੈਠੇ ਆ ਜਿਹੜੇ ਉਹ ਕਹਿੰਦੇ ਜੀ ਇੱਧਰ ਨਹੀਂ ਸੌਣਾ ਚਾਹੀਦਾ, ਐ ਨੂੰ ਸੌਣਾ ਚਾਹੀਦਾ ਆ, ਨਾ ਜੀ ਆਹ ਇੱਥੇ ਆਹ ਫਲਾਨੀ ਚੀਜ਼ ਨਹੀਂ ਰੱਖਣੀ ਚਾਹੀਦੀ ਗੀ, ਇੱਥੇ ਸੀਸਾ ਨਹੀਂ ਲਾਉਣਾ ਚਾਹੀਦਾ ਗਾ, ਇੱਧਰ ਨੂੰ ਤੁਸੀਂ ਮੂੰਹ ਕਰਕੇ ਮੰਜਾ ਨਹੀਂ ਰੱਖਣਾ ਗਾ ਜੀ, ਇੱਧਰ ਪਾਣੀ ਵਾਲੀ ਚੀਜ਼ ਨਹੀਂ ਰੱਖਣੀ, ਸਰਾਣੇ ਪਾਣੀ ਰੱਖ ਕੇ ਨਹੀਂ ਪੀਣਾ। ਇਹ ਕੀ ਆ? ਇਹ ਕਿੱਥੋਂ ਆਈਆਂ ਚੀਜ਼ਾਂ? ਹੈਰਾਨੀ ਦੀ ਗੱਲ ਹੈ, ਇਹਨਾਂ ਚੀਜ਼ਾਂ 'ਤੇ ਕੁਛ ਵੀ ਵਿਸ਼ਵਾਸ ਨਾ ਕਰੋ। ਸੋਹਣੀ ਜ਼ਿੰਦਗੀ ਜਿਉਣੀ ਹੈ ਤਾਂ ਸਿਰਫ ਤੇ ਸਿਰਫ ਉਸ ਇੱਕ ਅਕਾਲ ਪੁਰਖ ਦੇ ਉੱਤੇ ਜਿਹੜੀ ਇਹ ਟੇਕ ਆਸਰਾ ਰੱਖ ਲਓ, ਤਾਂ ਹੀ ਜ਼ਿੰਦਗੀ ਤੁਹਾਡੀ ਸੋਹਣੀ ਹੋ ਸਕਦੀ ਹੈ। ਸੋ ਇਸ ਦੇ ਨਾਲ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, ਦਾ ਪੰਜਾਬ ਟਾਕਸ। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ? ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। ਵੇਅਰ ਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। We are a safety first company with a strong commitment to drivers' well-being. Based in Winnipeg's Centreport district, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners.
We do lots of servicing inside the shop, trucks, trailers, lots of lighting problems and stuff like that. ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਡੌਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼, ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ, ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District,
Mataj is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the freight liners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ।